ਵਾਹਿਗੁਰੂ ਸਾਹਿਬ ਜੀਓ। ਸੁਖਮਨੀ ਸਾਹਿਬ ਬਹੁਤ ਸਿਆਣਪ ਜਮ ਕਾ ਭਉ ਵਿਆਪੇ, ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੇ। ਧਰਮ ਦੇ ਕਰਮ ਧਰਮ ਪਖੰਡ ਜੋ ਦੀਸਾ ਹੈ, ਤੈਨੂੰ ਜਮ ਜਾ ਗਾਤੀ ਲੁੱਟੇ। ਨਿਰਵਾਣ ਕੀਰਤਨ ਗਾਵੋ ਕਰਤੇ ਕਰ ਨਮਕ ਕੀਰਤਨ ਜਿਤ ਸੁਟੇ। ਤੋ ਸਤਿਗੁਰੂ ਜੀ ਕਹਿੰਦੇ ਤੁਸੀਂ ਸਿਆਣੇ ਬੜੇ ਬਣਦੇ ਹੋ, ਸਿਆਣਪਾਂ ਬੜੀਆਂ ਘੋਟਦੇ, ਰੱਬ ਅੱਗੇ ਕਾਹਦੀ ਸਿਆਣਪਾ। ਤੁਹਾਡੀਆਂ ਬਹੁਤ ਸਿਆਣਪਾਂ ਜਿਹੜੀਆਂ ਤੁਸੀਂ ਵਰਤਦੇ ਹੋ ਤੇ ਧਰਮ ਨੂੰ ਫੜਨ ਦਾ ਯਤਨ ਕਰਦੇ, ਰੱਬ ਨੂੰ ਫੜਨ ਦਾ ਯਤਨ ਕਰਦੇ। ਕਈ ਤਰ੍ਹਾਂ ਦੀਆਂ ਸਬੰਧੀਆਂ ਤੇ ਕਈ ਤਰ੍ਹਾਂ ਦੇ ਧਿਆਨ, ਕਈ ਤਰ੍ਹਾਂ ਦੀਆਂ ਉਗਤੀਆਂ ਤੇ ਕਈ ਤਰ੍ਹਾਂ ਦੀਆਂ ਜੁਗਤੀਆਂ। ਜੋ ਕੁਛ ਲੱਭਦੇ ਹੋ ਰੱਬ ਨਹੀਂ, ਜੋ ਗਤੀਆਂ ਜੁਗਤੀਆਂ ਵਿੱਚੋਂ ਲੱਭਦੇ ਹੋ ਉਹ ਰੱਬ ਨਹੀਂ। ਉਹਦੇ ਚ ਤੁਹਾਡਾ ਡਰ ਖਤਮ ਨਹੀਂ ਹੁੰਦਾ, ਕਿਉਂਕਿ ਪ੍ਰਮਾਤਮਾ ਨਹੀਂ ਮਿਲਿਆ ਹੁੰਦਾ। ਡਰ ਖਤਮ ਕਾਹਦੇ ਨਾਲ ਹੋਵੇਗਾ? ਜਦੋਂ ਤੁਹਾਡਾ ਪ੍ਰਮਾਤਮਾ ਤੁਹਾਡੇ ਨੇੜੇ ਹੋਵੇਗਾ। ਬਹੁਤ ਸਿਆਣਪ ਜਮ ਕਾ ਭਉ ਵਿਆਪੇ, ਜੰਮਣ ਮਰਨ ਦਾ ਉਸ ਜਮਦੂਤ ਦਾ, ਧਰਮਰਾਜ ਦਾ ਜਿਹੜਾ ਡਰ ਹੈ ਉਹ ਅੰਦਰੋਂ ਵਿਆਪਦਾ ਹੀ ਰਹੇਗਾ। ਅਨਕ ਯਤਨ ਕਰ ਤ੍ਰਿਸ਼ਨ ਨਾ ਧਰਾਪੇ। ਤੁਹਾਡੀ ਤ੍ਰਿਸ਼ਨਾ ਜਿਹੜੀ ਅਨੇਕ ਯਤਨ ਕਰ ਲਵੋ ਇਹ ਨਹੀਂ ਰਜੇਗੀ। ਜਿਸ ਤਰ੍ਹਾਂ ਅੱਗ ਸਾਰੇ ਦੇ ਸਾਰੇ ਜੰਗਲਾਂ ਨੂੰ ਸਾੜ ਸਕਦੀ, ਉਹ ਨਹੀਂ ਰੱਜਦੀ। ਜਿੰਨਾ ਮਰਜੀ ਉਹਦੇ ਉੱਤੇ ਇੰਧਣ ਪਾਈ ਜਾਓ, ਬਾਲਣ ਪਾਈ ਜਾਓ, ਉਹ ਨਹੀਂ ਕਹਿੰਦੀ ਬਸ ਕਰੋ ਹੁਣ ਮੈਂ ਥੱਕ ਗਈ। ਐਵੇਂ ਸਾਡੀ ਪਿਆਰੇ ਤ੍ਰਿਸ਼ਨਾ ਹੈ, ਇਹ ਨਹੀਂ ਥੱਕਦੀ। ਜੋ ਮਿਲਦਾ ਅੱਗੇ ਚੱਲਦੀ, ਜੋ ਮਿਲਦਾ ਅੱਗੇ ਚੱਲਦੀ। ਇਹੀ ਖੇਡ ਧਾਰਮਿਕ ਦੁਨੀਆ ਨਾਲ ਵਰਤ ਰਹੀ ਕਿ ਇਹੋ ਹੀ ਸੰਸਾਰ ਨਾਲ। ਕੋਈ ਵੀ ਤ੍ਰਿਸ਼ਨਾ ਦੇ ਹੱਥੋਂ ਰੱਜਦਾ ਨਹੀਂ। ਤੇ ਸਤਿਗੁਰੂ ਦਾ ਬੋਲ ਹਨ ਪਿਆਰੇ, ਜੇ ਰਜਾ ਸਕਦਾ ਇਹਨੂੰ ਤੇ ਕੋਈ ਖੇਡ ਹੈ। ਅੰਮ੍ਰਿਤ ਨਾਮ ਨਰਮੋਲ ਕੇ ਹੀਰਾ ਗੁਰਦੀਨੋਂ ਮੰਤਾਨੀ। ਜਿਹੜਾ ਗੁਰੂ ਨੇ ਗੁਰਮੰਤਰ ਦਿੱਤਾ, ਬਸ ਹੋਰ ਦੂਸਰਾ ਕੋਈ ਤਰੀਕਾ ਨਹੀਂ। ਤਾਂ ਸਤਿਗੁਰੂ ਜੀ ਕਹਿੰਦੇ ਅੰਮ੍ਰਿਤ ਨਾਮ ਨਰਮੋਲ ਕੇ ਹੀਰਾ ਗੁਰਦੀਨੋਂ ਮੰਤਾਨੀ। ਡਿੱਗੇ ਨਾ ਡੋਲੇ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤੇਰੇ ਪਤਾਨੀ। ਡਿੱਗਿਓ ਨਾ, ਡੋਲਿਓ ਨਾ, ਦ੍ਰਿੜਤਾ ਨਾ ਛੱਡਿਓ। ਜੇ ਤੁਹਾਨੂੰ ਪੂਰਨ ਤੌਰ ਤੇ ਤ੍ਰਿਪਤ ਕਰ ਸਕਦਾ ਤੇ ਗੁਰਮੰਤਰ ਹੈ, ਹੋਰ ਦੂਸਰਾ ਕੋਈ ਇਲਾਜ ਨਹੀਂ। ਤੋ ਸਤਿਗੁਰੂ ਜੀ ਫਰਮਾ ਰਿਹਾ ਅਨਕ ਯਤਨ ਕਰ ਤ੍ਰਿਸ਼ਨ ਨਾ ਧਰਾਪੇ। ਤੁਹਾਡੀ ਜਿਹੜੀ ਤ੍ਰਿਸ਼ਨਾ ਹੈ ਇਹ ਨਹੀਂ ਰੱਜਦੀ। ਜਿੰਨੀ ਮਰਜੀ ਧਾਰਮਿਕ ਯਤਨ ਕਰ ਲਓ, ਭੇਖ ਅਨੇਕ ਅਗਰ ਨਹੀਂ ਬੂਝੇ। ਅਨੇਕ ਤਰ੍ਹਾਂ ਦੇ ਭੇਖ ਧਰਮ ਦੇ ਧਾਰਨ ਕਰ ਕਰਕੇ ਤੁਹਾਡੀ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਪ੍ਰਾਪਤ ਕਰਨ ਦੀ, ਕੁਝ ਲੱਭਣ ਦੀ, ਕੋਈ ਯਤਨਸ਼ੀਲ ਹੋ ਕੇ ਕੁਝ ਨਾ ਕੁਝ ਲੱਭਣ ਦੀ, ਇਹ ਜਿਹੜੀ ਅੱਗ ਹੈ ਤ੍ਰਿਸ਼ਨਾ ਦੀ, ਇਹ ਨਹੀਂ ਬੁੱਝ ਸਕਦੀ। ਕੋੜਿਆ ਪਾਪ ਦਰਗੇ ਨਹੀਂ ਸਿੱਝੇ ਦਰਗਾਹ ਦੇ ਵਿੱਚ ਤੁਹਾਡੀ ਕੋਈ ਸਾਰ ਲੈ ਲਵੇ, ਤੁਹਾਨੂੰ ਕੋਈ ਸਮਝ ਲਵੇ। ਪਿਆਰ ਵੀ ਇੰਜ ਹੁੰਦਾ, ਕੋਈ ਮਾੜਾ ਮੋਟਾ ਆਮ ਆਦਮੀ ਚਲੇ ਜਾਵੇ। ਕੋਈ ਆਪਣੇ ਪੰਜਾਬ ਦੀ ਗੱਲ ਕਰੀਏ ਤੇ ਮੁੱਖ ਮੰਤਰੀ ਦੀ ਇੱਕ ਕੈਬਨਿਟ ਬਣੀ ਹੋਈ, ਉੱਥੇ ਆਮ ਬੰਦੇ ਦੀ ਕੋਈ ਨਹੀਂ ਸੁਣਦਾ। ਜਦੋਂ ਕੋਈ ਜਾਵੇ ਇੱਥੋਂ ਭਾਵੇਂ ਜਿੰਨੀ ਮਰਜ਼ੀ ਸਮਝ ਰੱਖਦਾ ਹੋਵੇ, ਉੱਥੇ ਜਾ ਕੇ ਅੰਦਰ ਹੀ ਨਹੀਂ ਵੜਨ ਦਿੰਦੇ। ਇਸੇ ਤਰ੍ਹਾਂ ਹੀ ਜਦੋਂ ਆਪਾਂ ਉਸ ਦਰਗਾਹ ਵਿੱਚ ਜਾਵਾਂਗੇ ਕੋਈ ਨਹੀਂ ਸੁਣਦਾ। ਇੱਥੇ ਜਿੰਨਾ ਮਰਜ਼ੀ ਕੋਈ ਆਪਣੇ ਆਪ ਨੂੰ ਨਾਢੂ ਖਾਂ ਖਵਾਉਂਦਾ ਹੋਵੇ, ਉੱਥੇ ਨਹੀਂ ਉਹਦੀ ਸੁਣਦਾ। ਛੂਟਸ ਨਾਹੀਂ ਊਬ ਪਿਆਲ ਮੋਹ ਵਿਆਪੇ ਮਾਇਆ ਜਾਲ। ਜਿਹੜਾ ਮਾਇਆ ਦਾ ਜਾਲ ਵਿਛਿਆ ਹੋਇਆ ਮੋਹ, ਮੁਹੱਬਤ, ਮੈਂ ਮੇਰੀ ਦਾ ਜਿਹੜਾ ਮਾਇਆ ਦਾ ਜਾਲ ਹੈ, ਇਹਦੇ ਤੋਂ ਨਹੀਂ ਇਨਸਾਨ ਛੁੱਟ ਸਕਦਾ। ਛੂਟਸ ਨਾਹੀਂ ਊਬ ਪਿਆਲ, ਬੜਾ ਭਰਿਆ ਪਿਆ ਪਿਆਲਾ ਨੱਕੋ ਨੱਕ ਸਭ ਕੁਝ ਕੁਦਰਤ ਨੇ ਦਿੱਤਾ। ਰੱਬ ਨੇ ਕੁਝ ਕਸਰ ਛੱਡੀ ਨਹੀਂ। ਤੇ ਇਨਸਾਨ ਅੰਦਰੋਂ ਅੰਦਰ ਰੋਂਦਾ ਹੈ, ਅੰਦਰੋਂ ਅੰਦਰ ਕੰਪਲੇਂਟਾਂ ਕਰਦਾ, ਅੰਦਰੋਂ ਅੰਦਰ ਲੜਾਈਆਂ ਕਰਦਾ। ਹੋਰ 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 ਮਿਲ ਜਾਵੇ। ਮਾਇਆ ਨੂੰ ਛੱਡਣ ਦਾ ਯਤਨ ਨਹੀਂ ਕਰਦਾ, ਮਾਇਆ ਨੂੰ ਹੋਰ ਫੜਨ ਦਾ ਯਤਨ ਕਰਦਾ। ਧਰਮ ਵੀ ਧਾਰਨ ਕਰਦਾ ਤੇ ਮਾਇਆ ਨੂੰ ਹੋਰ ਫੜਨ ਦਾ ਯਤਨ ਕਰਦਾ। ਸਮਾਧੀਆਂ 'ਚ ਬਹਿ ਕੇ, ਧਿਆਨਾਂ 'ਚ ਬਹਿ ਕੇ ਜੋ ਵੀ ਧਰਮ ਦੇ ਕਰਮ ਕਰਦਾ ਹੈ, ਕੁਝ ਪ੍ਰਾਪਤ ਕਰਨ ਵਾਸਤੇ ਕੋਈ ਆਸਾ ਰੱਖ ਕੇ, ਕੁਝ ਮਨਸਾ ਰੱਖ ਕੇ, ਇਹ ਸਭ ਮਾਇਆ ਹੈ। ਜੋ ਕੁਝ ਬੰਦਾ ਪ੍ਰਾਪਤ ਕਰਨ ਦਾ ਯਤਨ ਕਰਦਾ, ਜੋ ਕੁਝ ਸਾਡਾ ਮਨ ਮੰਨਦਾ ਹੈ, ਮੰਗਦਾ ਹੈ, ਇਹ ਮਾਇਆ ਹੈ। ਸੋ ਸਤਿਗੁਰੂ ਜੀ ਕਹਿੰਦੇ ਜਿਹੜਾ ਮਾਇਆ ਦਾ ਮੋਹ ਹੈ, ਕੁਝ ਪ੍ਰਾਪਤ ਕਰਨ ਦਾ ਮੋਹ, ਇਹ ਨਹੀਂ ਛੁੱਟਦਾ। ਭਾਵੇਂ ਪਿਆਲਾ ਨੱਕੋ ਨੱਕ ਭਰਿਆ ਹੋਵੇ, ਫੇਰ ਵੀ ਆਂਦਾ ਹੋਰ 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 ਚਾਹੀਦਾ ਹੈ। ਅਵਰ ਕਰਤੂਤ ਸਗਲੀ ਜਮ ਡਾਨੇ। ਕਰਤੂਤ ਕਹਿੰਦੇ ਜੀ ਜਿੰਨੇ ਕੰਮ ਕਰਦੇ ਆਪਾਂ ਧਰਮ ਦੇ, ਅਵਰ ਕਰਤੂਤ ਜਿੰਨੀਆਂ ਤੇਰੀ ਬਾਕੀ ਕਰਤੂਤਾਂ ਹਨ, ਸਾਰੀਆਂ ਨੂੰ ਜਮਦੂਤ ਡੰਨ ਲਾਵੇਗਾ। ਗੋਬਿੰਦ ਭਜਨ ਪਨ ਤਿਲ ਨਹੀਂ ਮੰਨਦੇ, ਪਰ ਸਾਡਾ ਵਿਸ਼ਵਾਸ ਨਹੀਂ ਬਣਦਾ। ਯਾਰ ਤੁਹਾਡੀ ਭਾਸ਼ਾ ਵਿੱਚ ਲਿਖਿਆ ਤੇ ਸਾਫ਼ ਸਪਸ਼ਟ ਲਿਖਿਆ ਸਤਿਗੁਰਾਂ ਨੇ, ਅਵਰ ਕਰਤੂਤ ਸਗਲੀ ਜਮ ਡਾਨੇ। ਧਰਮ ਦੇ ਬਾਕੀ ਦੇ ਸਾਰੇ ਕੰਮ
ਜਮਦੂਤ ਡੰਨ ਲਾਵੇਗਾ। ਜਦੋਂ ਫਿਰ ਆਖਦੇ ਹੀ ਨਾ ਕਿਤੇ ਤੁਹਾਡੇ ਬ੍ਰਹਮ ਗਿਆਨੀ ਅਖੌਤੀ ਤਾਂ ਫੜੇ ਅਗਲੇ ਨੇ ਧੌਣੋਂ, ਤੇ ਬੜਾ ਗੁੱਸਾ ਲੱਗਦਾ। ਆ ਸਤਿਗੁਰੂ ਦੇ ਸਾਫ਼ ਬਚਨ ਹਨ, ਸਾਫ਼, ਇਹਦੇ ਵਿੱਚ ਕੋਈ ਦੋ ਰਾਇ ਨਹੀਂ, ਕੋਈ ਵੀ ਦੋ ਰਾਇ ਨਹੀਂ। ਅਖੌਤੀ ਬ੍ਰਹਮ ਗਿਆਨੀ, ਅਖੌਤੀ ਗੁਰੂ, ਅਖੌਤੀ ਬਾਬੇ ਜਿਹੜਾ ਰੱਬ ਨੂੰ ਫੜਨ ਦਾ ਯਤਨ ਕਰਦੇ, ਧਰਮਰਾਜ ਉਹਨਾਂ ਨੂੰ ਫੜ ਲੈਂਦਾ। ਤੇ ਗੁਰਬਾਣੀ 'ਚ ਸਾਫ਼ ਲਿਖਿਆ ਅਵਰ ਕਰਤੂਤ, ਤੁਹਾਡੀਆਂ ਕਰਤੂਤਾਂ, ਤੁਹਾਡੇ ਕੰਮ ਤੁਸੀਂ ਆਖੇ ਤੇ ਲੱਗਦੇ ਨਹੀਂ, ਬੇਪਰਵਾਹ ਹੋ ਕੇ ਆਪਦੀ ਮਨ ਦੀ ਮਰਜ਼ੀ ਨਾਲ ਕੰਮ ਕਰਦੇ ਹੋ, ਤੇ ਸਾਰਿਆਂ ਹੀ ਕੰਮਾਂ ਨੂੰ ਡੰਨ ਲੱਗਦਾ। ਧਰਮਰਾਜ ਡੰਨ ਦਿੰਦਾ ਹੈ, ਚਾਹੇ ਕੋਈ ਸਮਾਧੀਆਂ 'ਚ ਬਹਿਣ ਵਾਲਾ, ਚਾਹੇ ਕੋਈ ਧਿਆਨੀਆਂ 'ਚ, ਚਾਹੇ ਕੋਈ ਪੋਥੀਆਂ ਪੜ੍ਹਨ ਵਾਲਾ, ਜੋ ਵੀ ਕਰਦਾ ਹੈ ਰੱਬ ਦਾ ਯਾਰ ਨਹੀਂ। ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ, ਉੱਥੇ ਮੰਨਿਆ ਜਾਵੇਗਾ। ਤੇ ਗੋਬਿੰਦ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਤਾਂ ਤੇ ਜੇ ਕੰਮ ਆਉਂਦਾ ਹੈ ਤੇ ਵਾਹਿਗੁਰੂ ਗੁਰਮੰਤਰ ਜਾਂ ਪੂਰੇ ਗੁਰੂ ਦਾ ਦਿੱਤਾ ਹੋਇਆ ਗੁਰਮੰਤਰ ਉਹਨੂੰ ਜਪਣਾ। ਕੋਈ ਆਸਾ ਨਹੀਂ ਰੱਖਣੀ, ਮਨਸਾ ਨਹੀਂ ਰੱਖਣੀ, ਚਾਹਤ ਨਹੀਂ ਰੱਖਣੀ। ਹਰ ਕਾ ਨਾਮ ਜਪਤ ਦੁੱਖ ਜਾਏ, ਨਾਨਕ ਬੋਲੇ ਸਹਿਜ ਸੁਭਾਏ। ਹੁਣ ਸਾਡੀ ਤੇ ਗੁਰੂ ਦੀ ਬਣਦੀ ਨਹੀਂ, ਹੁਣ ਸਾਡੀ ਤੇ ਗੁਰੂ ਦੀ ਬਣਦੀ ਨਹੀਂ। ਸਾਡਾ ਤੇ ਸੁਭਾਅ ਇਹੋ ਜਿਹਾ ਚੰਦਰਾ, ਅਸੀਂ ਪਿਆਰਿਓ ਕਹਿੰਦੇ ਜਿਹੜਾ ਰੱਬ ਦਾ ਨਾਮ ਜ਼ਿਆਦਾ ਜਪਦਾ ਤੇ ਉਹਨੂੰ ਰੱਬ ਦੁੱਖ ਜ਼ਿਆਦਾ ਦਿੰਦਾ। ਕੱਲ ਕਿਤੇ ਪਾਠ ਰੱਖਿਆ ਸੀ, ਚਲੇ ਗਏ, ਤੇ ਭਾਈਆਂ ਵਿਚਾਰਿਆਂ ਦਾ ਬਿਲਕੁਲ ਹੀ ਹਿਸਾਬ ਕਿਤਾਬ ਇਹੋ ਜਿਹਾ, ਦੂਰ ਰਹਿਣਾ ਪੈਂਦਾ। ਇਸ ਕਰਕੇ ਇਹਨਾਂ ਦੀ ਬਹਿਣੀ ਨਹੀਂ ਬਹੀਦਾ, ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਜਿਹੜੀਆਂ ਇਹਨਾਂ ਦੀ ਸਮਝ ਵਿੱਚ ਨਹੀਂ, ਤੇ ਉੱਥੇ ਬਹਿ ਕੇ ਪ੍ਰਚਾਰ ਕਰਦੇ। ਕਿੰਨੇ ਅੱਗੇ ਵੇਖਿਆ, ਕੌਣ ਧਰਮਰਾਜ, ਕਿਹੜਾ ਨਰਕ, ਕਿਹੜਾ ਸਰਗ, ਇੱਥੇ ਹੀ ਨਰਕ ਹੈ, ਇੱਥੇ ਹੀ ਸੁਰਗ ਹੈ, ਕੋਈ ਧਰਮਰਾਜ ਨਹੀਂ ਹੁੰਦਾ। ਤੇ ਫਿਰ ਗੁਰਬਾਣੀ ਨੂੰ ਪੜ੍ਹਿਆ ਨਹੀਂ, ਤਾਂ ਕਰਕੇ ਸਤਿਗੁਰੂ ਜੀ ਲਿਖਦੇ, ਨਾਨਕ ਕੜਛੀਆਂ ਫਿਰਨ ਵਸਵਾਓ ਨਾ ਜਾਣਨ ਸੁਣੀਆਂ। ਦਿਨ ਰਾਤ ਅਖੰਡ ਪਾਠ ਕਰਨ ਵਾਲੇ, ਦਿਨ ਰਾਤ ਰੌਲਾ ਲਾਉਣ ਵਾਲੇ, ਇੱਕ ਵਾਰੀ ਵੀ ਨਹੀਂ ਵੇਖਿਆ ਇਹਨਾਂ ਨੇ। ਗੁਰਬਾਣੀ ਤੇ ਸਾਰੀ ਕੂਕ ਕੂਕ ਕੇ ਕਹੀ ਜਾਂਦੀ, ਪਿਆਰਿਓ ਧਰਮਰਾਜ ਬਣੋ, ਕਰੜੋ ਧਰਮਰਾਜ। ਗੁਰਬਾਣੀ ਨੇ ਬਾਰ-ਬਾਰ ਪਿਆਰਿਓ ਤੁਹਾਨੂੰ ਸਮਝਾਇਆ, ਕਿਉਂ ਲੜਦੀ ਹੈ ਭੂਲੀ ਗਵਾਰੀ, ਪਰਮਾਤਮਾ ਨਾਲ, ਰੱਬ ਨਾਲ ਸਿੱਧੇ ਸ਼ਿਕਾਇਤ ਦੇ ਕਰਦੀ ਹੈ। ਇਹ ਦੁੱਖ ਰੁੱਤ ਸੁੱਖ ਰੁੱਤ ਥਾਰੇ ਕਰਮ ਰਹੀ ਹੈ, ਤੇ ਤੇਰੇ ਕਰਮ ਜੋ ਕੋਈ ਤੂੰ ਪੁਰਬਲੇ ਕਰਮਾਂ ਦੀ ਕਮਾਈ ਹੈ, ਬੀਜ ਕੇ ਆਇਆ ਹੈ, ਇਸ ਜਨਮ ਵਿੱਚ ਤੈਨੂੰ ਮਿਲੀ। ਇਹਦੇ ਅਰਥ ਇਹ ਨਿਕਲੇ ਵੀ ਸਵਰਗ ਵੀ ਹੈ ਤੇ ਨਰਕ ਵੀ ਹੈ, ਤੇ ਧਰਮਰਾਜ ਵੀ ਹੈ। ਜੋ ਕੁਝ ਸਾਡੇ ਕਰਮ ਹੁੰਦੇ ਕਰਮ ਹੀ ਆਵੇ। ਕੱਪੜਾ, ਇਹ ਸਰੀਰ ਰੂਪੀ ਕੱਪੜਾ ਤੁਹਾਨੂੰ ਕਰਮਾਂ ਦੇ ਮੁਤਾਬਕ ਮਿਲਿਆ। ਤੇ ਨਦਰੀ ਮੋਖ ਦੁਆਰ, ਧਰਮ ਤੋਂ ਕੀ ਪ੍ਰਾਪਤ ਕਰਨਾ ਹੁੰਦਾ? ਨਦਰ, ਮਹਿਰਾਮਤ। ਮੁਕਤੀ ਤੁਹਾਨੂੰ ਕਦੋਂ ਮਿਲੇਗੀ? ਜਦੋਂ ਨਜ਼ਰ ਪ੍ਰਾਪਤ ਹੋਈ, ਮਹਿਰਮਤ ਪ੍ਰਾਪਤ ਹੋਈ, ਕਿਰਪਾ ਪ੍ਰਾਪਤ ਹੋਈ। ਤਾਂ ਕਿਰਪਾ ਕਿਸੇ ਯਤਨ ਨਾਲ ਨਹੀਂ ਮਿਲਦੀ। ਕਿਰਪਾ ਤਾਂ ਮਿਲਦੀ ਆਪਣਾ ਆਪ ਤਿਆਗ ਕੇ, ਆਪਣੇ ਆਪ ਨੂੰ ਮਿਟਾਉਣ ਵਾਸਤੇ ਤਿਆਰ ਹੋ ਕੇ। ਨਹੀਂ ਮਾਲਕ ਜੀ ਕੁਛ ਨਹੀਂ ਚਾਹੀਦਾ, ਹੁਣ ਥੱਕ ਗਏ, ਹੁਣ ਅੱਕ ਗਏ, ਇਹ ਸੰਸਾਰ ਹੁਣ ਚੰਗਾ ਨਹੀਂ ਲੱਗਦਾ, ਹੁਣ ਇਹਨੂੰ ਛੱਡ ਕੇ ਤੇਰੇ ਕੋਲ ਆਉਣ ਨੂੰ ਦਿਲ ਕਰਦਾ। ਜਦੋਂ ਮਨ ਮੰਨ ਗਿਆ, ਤੇ ਜਿੰਨਾ ਚਿਰ ਮਨ ਹੀ ਨਹੀਂ ਮੰਨਦਾ ਕੁਝ ਹੋਰ 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 ਪ੍ਰਾਪਤ ਕਰਨ ਵਾਸਤੇ, ਇਹ ਪਿਆਰਿਓ ਸਵਰਗ ਤੱਕ ਤੇ ਲੈ ਜਾ ਸਕਦਾ, ਕੋਈ ਦੋ ਰਾਇ ਨਹੀਂ। ਸਵਰਗ ਤਾਂ ਦਵਾ ਸਕਦਾ, ਕੋਈ ਦੋ ਰਾਇ ਨਹੀਂ। ਸਮਾਧੀਆਂ ਲਾ ਕੇ, ਪੋਥੀਆਂ ਪੜ੍ਹ ਕੇ, ਗੁੜ ਕੇ ਪੜ੍ਹ ਕੇ, ਤੀਰਥਾਂ ਤੇ ਜਾ ਕੇ ਜੋ ਵੀ ਤੁਸੀਂ ਧਰਮ ਦੇ ਕਰਮ ਕਰਦੇ ਹੋ, ਸਵਰਗ ਦਵਾ ਸਕਦਾ। ਪਰ ਸਵਰਗ ਨਿੱਕਾ ਜਿਹਾ ਨਹੀਂ, ਅਮੀਰੀ ਗਰੀਬੀ ਬਹੁਤ ਜ਼ਿਆਦੀ। ਜਿਸ ਤਰ੍ਹਾਂ ਸਾਡੇ ਸੰਸਾਰ ਵਿੱਚ ਅਮੀਰੀ ਗਰੀਬੀ ਹੈ, ਇਸੇ ਤਰ੍ਹਾਂ ਹੀ ਸਵਰਗ ਵਿੱਚ ਅਮੀਰੀ ਤੇ ਗਰੀਬੀ। ਫਿਰ ਉੱਥੇ ਇਸ ਅਮੀਰੀ ਗਰੀਬੀ ਹੱਥੋਂ ਸਾਰੇ ਜਨ ਦੇ ਰੋਂਦੇ ਕਰਾਉਂਦੇ, ਜਿਸ ਤਰ੍ਹਾਂ ਸੰਸਾਰ ਹੁੰਦਾ ਹੈ, ਇਸੇ ਤਰ੍ਹਾਂ ਹੀ ਸਵਰਗ ਦੇ ਲੋਕ ਰੋਇਆ ਕਰਦੇ। ਤੋ ਸਤਿਗੁਰੂ ਜੀ ਕਹਿੰਦੇ ਚਾਰ ਪਦਾਰਥ ਜੇ ਕੋ ਮੰਗੇ, ਚਾਰ ਪਦਾਰਥ ਧਰਮ, ਅਰਥ, ਕਾਮ, ਮੋਕਸ਼ ਕਾ ਦਾਤਾ। ਪੂਰੀ ਪਈ ਸਿਮਰ ਸਿਮਰ ਵਧਾਤਾ, ਪੂਰੀ ਪਈ ਸਿਮਰ ਸਿਮਰ ਵਧਾਤਾ, ਪੂਰੀ ਪਈ ਵਾਹਿਗੁਰੂ 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 ਸਿਮਰ ਸਿਮਰ ਵਾਹਿਗੁਰੂ ਸਿਮਰ ਸਿਮਰ ਵਾਹਿਗੁਰੂ 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 ਸਿਮਰ ਵਾਹਿਗੁਰੂ ਸਿਮਰ ਵਾਹਿਗੁਰੂ 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 ਸਿਮਰੋ ਸਿਮਰ ਸਿਮਰ ਸੁਖ ਪਾਓ। ਸਿਮਰੋ ਵਾਹਿਗੁਰੂ ਸਿਮਰੋ ਵਾਹਿਗੁਰੂ 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 ਵਾਹਿਗੁਰੂ। ਵਿਸ਼ਵਾਸ ਹੋਣਾ ਚਾਹੀਦਾ ਪਿਆਰਿਓ। ਧਰਮ ਸਾਰਿਆਂ ਦਾ ਕੰਮ ਪਹਿਲਾਂ ਕੀ ਕਰਦਾ? ਵਿਸ਼ਵਾਸ ਬਣਾ ਦਿੰਦਾ। ਤੁਹਾਡਾ ਜਿਹੜਾ ਵਾਹਿਗੁਰੂ ਹੈ ਕੋਈ ਨਿੱਕੀ ਜਿਹੀ ਖੇਡ ਨਹੀਂ। ਜਿੱਦਾਂ ਮਰਜੀ ਵੱਡੇ ਤੋਂ ਵੱਡਾ ਕੋਈ ਭੂਤ ਪ੍ਰੇਤ ਆ ਜਾਵੇ, ਕੋਈ ਬਾਬਾ ਆ ਜਾਵੇ, ਕੋਈ ਤਾਕਤ ਆ ਜਾਵੇ। ਮੈਂ ਵੇਖੇ ਬਾਬੇ ਪਿਆਰਿਓ ਡਰਦੇ ਡਰਦੇ ਵੇਖੇ, ਵੱਡੇ ਵੱਡੇ ਮੈਂ ਡਰਦੇ ਵੇਖੇ, ਵੜਿਆਂ ਵੜਿਆਂ ਨੂੰ ਪੰਗੇ ਲੈ ਕੇ ਵੇਖੇ। ਕਾਲੇ ਜਾਦੂ ਵਾਲੇ, ਮੋਹਣੀ ਵਾਲੇ, ਪਤਾ ਨਹੀਂ ਕੀ ਕੀ ਕੁਝ ਕਰਨ ਵਾਲੇ। ਈਸਾਈ ਧਰਮ ਦੇ ਵਿੱਚ ਹੈ ਕੁਝ ਕਾਲੇ ਜਾਦੂ, ਉਹਨਾਂ ਤੋਂ ਬੜਾ ਡਰਦੇ।
ਕਦੀ ਵੀ ਨਹੀਂ ਡਰ ਲੱਗਦਾ ਪਿਆਰਿਓ। ਇਹ ਜਿਹੜਾ ਧਰਮ ਤੁਸੀਂ, ਜਿਹੜਾ ਕੁਦਰਤ ਨੇ ਤੁਹਾਨੂੰ ਦਿੱਤਾ, ਜਿਹੜਾ ਰੱਬ ਨੇ ਤੁਹਾਨੂੰ ਦਿੱਤਾ, ਗੁਰੂ ਗ੍ਰੰਥ ਸਾਹਿਬ, ਜਿਹੜਾ ਗਿਆਨ ਤੁਹਾਨੂੰ ਬਖਸ਼ਿਸ਼ ਕੀਤਾ, ਇਹਦੇ ਅੱਗੇ ਨਹੀਂ ਕੋਈ ਵੀ ਖਲੋਂਦਾ। ਐਵੇਂ ਨਹੀਂ ਚੈਲੰਜ ਕਰ ਦੇਈਦਾ ਪਿਆਰਿਓ, ਐਵੇਂ ਨਹੀਂ ਚੈਲੰਜ ਕਰੀਦਾ ਕੋਈ ਵੀ ਇਸਾਈ ਧਰਮ ਵਿੱਚ। ਜਿਸ ਤਰ੍ਹਾਂ ਦੀ ਮਰਜ਼ੀ ਤਾਕਤ ਰੱਖਣ ਵਾਲਾ, ਪਾਵਰ ਰੱਖਣ ਵਾਲਾ, ਸਮਰੱਥਾ ਰੱਖਣ ਵਾਲਾ, ਕੋਈ ਡਰ ਨਹੀਂ ਲੱਗਦਾ ਕਿਸੇ ਤੋਂ, ਨਾ ਕਿਸੇ ਦਾ ਚੱਲਦਾ ਹੀ। ਵਿਸ਼ਵਾਸ ਨਹੀਂ ਹੁੰਦਾ ਸਾਨੂੰ। ਜਦੋਂ ਸਾਡਾ ਵਿਸ਼ਵਾਸ ਬਣ ਗਿਆ ਪਰਮਾਤਮਾ ਤੇ ਕਿ ਉਹ ਸਰਬ ਵਿਆਪਕ ਹੈ, ਸਾਡੇ ਅੰਗ ਸੰਗ ਖਲੋਤਾ ਗੁਰ ਕਾ ਸ਼ਬਦ ਵਾਹਿਗੁਰੂ, ਗੁਰ ਕਾ ਸ਼ਬਦ ਵਾਹਿਗੁਰੂ, ਗੁਰ ਕਾ ਸ਼ਬਦ ਰਖਵਾਰੇ, ਚੌਂਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਸਤਿਗੁਰੂ ਜੀ ਕਹਿੰਦੇ ਤੁਹਾਡੇ ਜਿਹੜੇ ਚਾਰ ਪਦਾਰਥ ਹਨ ਜਿਨ੍ਹਾਂ ਕਰਕੇ ਤੁਸੀਂ ਧਰਮ ਨੂੰ ਧਾਰਨ ਕੀਤਾ ਹੋਇਆ, ਧਰਮ ਤੁਸੀਂ ਅੰਮ੍ਰਿਤ ਛਕ ਲਿਆ, ਧਰਮ ਜਦੋਂ ਤੁਸੀਂ ਧਾਰਨ ਕਰ ਲਿਆ, ਅਰਥ ਕੀ ਕਹਿੰਦੇ ਜੀ, ਜਿਸ ਕਰਕੇ ਤੁਸੀਂ ਧਰਮ ਧਾਰਨ ਕੀਤਾ ਹੈ ਪਹਿਲਾਂ ਉਹਦਾ ਤੁਹਾਨੂੰ ਗਿਆਨ ਚਾਹੀਦਾ। ਐ ਨਾ ਹੋਵੇ ਕੋਈ ਬਾਬਾ ਆਵੇ ਆਖਿਓ ਜੀ ਸਿੰਘ ਸੱਜ ਜੋ, ਗੁਰੂ ਵਾਲੇ ਬਣ ਜਾਓ, ਅੰਮ੍ਰਿਤ ਛਕ ਲਓ, ਨਾਂ ਲਿਖਾ ਦਿਓ, ਜਹਾਜ਼ੇ ਚੜ ਜਾਓ, ਐਵੇਂ ਕਰਮਕਾਂਡ, ਐਵੇਂ ਪਖੰਡ, ਐਵੇਂ ਢੋਂਗ। 15 ਵਾਲੀ ਬੰਦੇ ਅੰਮ੍ਰਿਤ ਛਕ ਲੈਂਦੇ, ਉਹ ਫੇਰ ਛੱਡ ਦਿੰਦੇ, ਬਾਬੇ ਫੇਰ ਮੰਗੇ ਰਹਿੰਦੀ, ਉਹ ਫੇਰ ਅੰਮ੍ਰਿਤ ਛਕਾ ਦਿੰਦੇ। ਫੇਰ ਕੀ ਹੁੰਦਾ, ਧਰਮ ਮਿਲ ਗਿਆ, ਧਾਰਨ ਕਰ ਲਿਆ, ਕਿਸ ਅਰਥ ਕੀਤਾ ਕੋਈ ਪਤਾ ਨਹੀਂ। ਧਰਮ ਧਾਰਨ ਕਿਸ ਅਰਥ ਕੀਤਾ ਪੁੱਛ ਕੇ ਵੇਖ ਲੈਣਾ, ਸਵਾਲ ਕਰਕੇ ਵੇਖ ਲੈਣਾ, ਤੂੰ ਅੰਮ੍ਰਿਤ ਕਿਉਂ ਛਕਿਆ ਹੈ। 99% ਬੰਦਿਆਂ ਨੂੰ ਕੋਈ ਪਤਾ ਨਹੀਂ ਮੈਂ ਅੰਮ੍ਰਿਤ ਕਿਉਂ ਛਕਿਆ, ਅਰਥ ਕੀ ਹੈ, ਕਿਸ ਅਰਥ ਵਾਸਤੇ ਛਕਿਆ, ਕੰਮ ਕੀ ਇਹਦਾ, ਕਾਹਦੇ ਵਾਸਤੇ ਛਕਿਆ, ਕੀ ਕਾਰਨ। ਐਸ ਕਰਕੇ ਭਾਈ ਗੁਰਦਾਸ ਜੀ ਨੇ ਲਿਖਿਆ, ਰਤਨ ਗਲੇ ਮਣੀ ਗਲ ਬੰਦ ਰਹੇ ਹੋ ਕੀਮ ਨਾ ਜਾਣੇ। ਜਦੋਂ ਤੁਸੀਂ ਫੜ ਕੇ ਕਿਸੇ ਦੇ ਗਲ ਵਿੱਚ ਇਹ ਰਤਨ ਪਾ ਦਿੰਦੇ ਹੋ ਧੱਕੇ ਨਾਲ, ਉਹ ਫਿਰ ਕੀਮਤ ਨਹੀਂ ਜਾਣਦਾ। ਧਰਮ ਤੁਸੀਂ ਧਾਰਨ ਕਰਵਾ ਦਿੱਤਾ, ਅੰਮ੍ਰਿਤ ਛਕਾ ਦਿੱਤਾ, 5 ਕਕਾਰ ਪਹਿਨਾ ਦਿੱਤੇ, ਪਰ ਕਿਸ ਅਰਥ ਹਨ ਉਹਨੂੰ ਵਿਚਾਰੇ ਨੂੰ ਪਤਾ ਨਹੀਂ, ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ। ਉਹੀ ਪੋਥੀਆਂ ਪੜ੍ਹਦਾ, ਉਹੀ ਗੁੜਕੇ ਫੜਦਾ, ਉਹੀ ਪਹਿਲਾਂ ਵਾਰੇ ਕਰਮਕਾਂਡ ਅੰਮ੍ਰਿਤ ਛਕਣ ਤੋਂ ਬਾਅਦ ਵੀ ਕਰੀ ਜਾਂਦਾ, ਉਹਨੂੰ ਪਤਾ ਹੀ ਨਹੀਂ ਧਰਮ ਮੈਂ ਧਾਰਨ ਕਿਉਂ ਕੀਤਾ ਹੈ। ਫਿਰ ਕੁਝ ਨਾ ਕੁਝ ਪ੍ਰਾਪਤ ਕਰਨ ਨੂੰ ਧਰਮ ਕਵੇਗਾ। ਮੈਂ ਸਮਾਧੀਆਂ 'ਚ ਬਹਿਨਾ, ਮੈਂ ਧਿਆਨਾਂ 'ਚ ਬਹਿਨਾ, ਮੈਂ ਪੋਥੀਆਂ ਪੜ੍ਹਦਾ, ਮੈਂ ਸੁਖਮਣੀਆਂ ਪੜ੍ਹਦਾ, ਮੈਂ ਜਪਜੀ ਪੜ੍ਹਦਾ, ਮੈਂ 5 ਬਾਣੀਆਂ ਦੇ ਨਿਤਨੇਮ ਕਰਦਾ। ਕਿਉਂ ਕਰਦਾ, ਕਿਹਨੇ ਕਿਹਾ ਤੈਨੂੰ, ਕਿਹਦੇ ਕੋਲੋਂ ਪੁੱਛਿਆ ਕਿਹਦੇ ਕੋਲੋਂ। ਧਰਮ ਕੀ ਹੈ, ਧਾਰਨ ਕਰ ਲਿਆ, 5 ਪਿਆਰਿਆਂ ਦੇ ਪੇਸ਼ ਹੋਇਆ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ। ਅਰਥ ਕਿਸ ਅਰਥ ਹੈ, ਕਿਉਂ ਕੀਤਾ, ਅੰਮ੍ਰਿਤ ਕਿਉਂ ਛਕਿਆ, ਕਰਕੇ ਵੇਖ ਲੈਣਾ ਸਵਾਲ। ਜੇ ਸ਼ੰਕਾ ਹੈ ਤੇ ਸਵਾਲ ਕਰਕੇ ਵੇਖਣਾ ਖੁੱਲ ਕੇ। ਪਹਿਲੀ ਤਾਂ ਗੱਲ ਆਪ ਨੂੰ ਹੀ ਨਹੀਂ ਪਤਾ ਹੁੰਦਾ ਵੀ ਅੰਮ੍ਰਿਤ ਮੈਂ ਛਕਿਆ ਕਿਉਂ, ਕਾਰਨ ਕੀ ਹੈ। ਤੁਹਾਨੂੰ ਅਜੀਬ ਤਰ੍ਹਾਂ ਦੇ ਕੁਐਸਚਨ ਇਹਦੇ ਸਵਾਲ ਦੇ ਜਵਾਬ ਮਿਲਣਗੇ। ਕੋਈ ਆਖੂ ਕਲਗੀਧਰ ਪਾਤਸ਼ਾਹ ਦਾ ਹੁਕਮ ਹੈ, ਕੋਈ ਕੁਝ ਕਵੇਗਾ, ਕੋਈ ਕੁਝ ਕਵੇਗਾ, ਅਰਥ ਦਾ ਨਹੀਂ ਪਤਾ ਕਿਸ ਅਰਥ ਕਰਕੇ ਛਕਿਆ ਹੈ, ਕੰਮ ਕੀ ਇਹਦਾ। ਯਾਰ ਜਨਮ ਕੇ ਇਸ ਮਨ ਕੋ ਮੈਲ ਲਾਗੀ ਤੇ ਕਾਲਾ ਹਵਾ ਛਿਆ ਹੋ, ਐਸ ਕਰਕੇ ਛਕਿਆ ਹੈ। ਸਾਡੇ ਮਨ ਨੂੰ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਤੇ ਲੱਥ ਨਹੀਂ ਰਹੀ। ਧੋ ਕੇ ਵੇਖ ਲਿਆ ਮੈਂ, ਧਿਆਨ ਨਾਲ ਸੁਣ ਲੈਣਾ ਜੀ ਅੰਮ੍ਰਿਤ ਕਿਉਂ ਛਕਿਆ। ਪਹਿਲਾਂ ਸਾਨੂੰ ਪਤਾ ਚਾਹੀਦਾ ਵੀ ਅਸੀਂ ਅੰਮ੍ਰਿਤ ਕਿਉਂ ਛਕਿਆ ਹੈ। ਪੋਥੀਆਂ ਪੜ੍ਹਨ ਵਾਸਤੇ ਨਹੀਂ ਤੇ ਪਹਿਲਾਂ ਵੀ ਪੜ੍ਹ ਲਈਦੀਆਂ, ਅੰਮ੍ਰਿਤ ਛਕਣ ਤੋਂ ਬਿਨਾਂ ਵੀ ਗੁੜ ਕੇ ਪੜ੍ਹ ਲਈਦੇ। 5 ਬਾਣੀਆਂ ਦਾ ਨਿਤਨੇਮ ਕਰਨ ਵਾਸਤੇ ਕੋਈ ਅੰਮ੍ਰਿਤ ਛਕਣ ਦੀ ਲੋੜ ਨਹੀਂ, ਕੋਈ ਜਪਜੀ ਪੜ੍ਹਨ ਵਾਸਤੇ ਅੰਮ੍ਰਿਤ ਛਕਣ ਦੀ ਲੋੜ ਨਹੀਂ। ਨਾ ਕਿਸੇ ਦਾ ਡਰ ਹੈ, ਕਿਸੇ ਕਾਲ ਤਖਤ ਦਾ, ਤੇ ਨਾ ਕਿਸੇ ਜਥੇਦਾਰ ਦਾ, ਤੇ ਨਾ ਇੱਧਰਲੇ ਦਾ, ਤੇ ਨਾ ਉੱਧਰਲੇ ਦਾ। ਸਿੱਖ ਦਾ ਸਾਰਾ ਕੁਝ ਸਿਰਬੋਰ ਕੌਣ ਹੈ, ਗੁਰੂ ਗ੍ਰੰਥ ਸਾਹਿਬ। ਇਹਦੇ ਉੱਤੇ ਨਾ ਕੋਈ ਜੰਮਿਆ ਤੇ ਨਾ ਕੋਈ ਸਿੱਖ ਕੌਮ ਵਿੱਚ ਜੰਮ ਸਕਦਾ ਹੈ। ਇੱਕੇ ਕੋਈ ਅਧਿਕਾਰ ਹੈ, ਗੁਰੂ ਗ੍ਰੰਥ ਸਾਹਿਬ। ਗਿਆਨ ਦਾ ਦਾਤਾ ਕੌਣ ਹੈ, ਗੁਰੂ ਗ੍ਰੰਥ ਸਾਹਿਬ। ਇਸ ਕਰਕੇ ਜੋ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਗਿਆਨ ਬਖਸ਼ਿਸ਼ ਕਰਦਾ ਪਿਆਰਿਓ, ਤੁਹਾਨੂੰ ਜਨਮਾਂਤਰਾਂ ਦੀ ਮੈਲ ਲੱਗੀ ਹੋਈ, ਕਈਆਂ ਜਨਮਾਂ ਦੇ ਵਿੱਚ ਤੁਸੀਂ ਆਏ ਹੋ। ਇਸ ਜਨਮ ਵਿੱਚ ਝਾਤੀ ਮਾਰ ਲੈਣਾ, ਪਹਿਲੇ ਜਨਮ ਤੇ ਤੁਹਾਨੂੰ ਪਤਾ ਨਹੀਂ। ਇਸ ਜਨਮ ਦਾ ਪਤਾ ਹੋਏਗਾ ਕਿੰਨੇ ਕੁ ਤੁਸੀਂ ਪਾਪ ਕੀਤੇ ਤੇ ਧੁਖਦੇ ਨਹੀਂ ਕਾਸੇ ਨਾਲ ਵੀ। ਕੋਈ ਮਰਜ਼ੀ ਸਾਬਣ ਲਾ ਲਓ, ਜਿਹੜੇ ਮਰਜ਼ੀ ਤੀਰਥਾਂ ਤੇ ਚੱਲ ਜਾਓ, ਜਿੰਨੀਆਂ ਮਰਜ਼ੀ ਪੋਥੀਆਂ ਪੜ੍ਹ ਲਓ, ਜਿੰਨੇ ਮਰਜ਼ੀ ਗੁੜ ਕੇ ਪੜ੍ਹ ਲਓ, ਜਿੰਨੀਆਂ ਮਰਜ਼ੀ ਸੁਖਮਣੀਆਂ ਪੜ੍ਹ ਲਓ, ਜਿੰਨੇ ਮਰਜ਼ੀ ਜਪਜੀ ਸਾਹਿਬ ਪੜ੍ਹ ਲਓ, ਜਿੰਨੇ ਮਰਜ਼ੀ ਤੁਸੀਂ 5 ਬਾਣੀਆਂ ਦੇ ਨਿਤਨੇਮ ਕਰ ਲਓ, ਜਿੰਨੀਆਂ ਮਰਜ਼ੀ ਰਹਿ ਰਾਸਾਂ ਕਰ ਲਓ, ਜਿੰਨੇ ਮਰਜ਼ੀ ਕੀਰਤਨ ਸੋਹਲੇ ਪੜ੍ਹ ਲਓ, ਇਹ ਨਹੀਂ ਧੁਖਦੀ। ਇਹ ਸਾਬਣ ਕਾਟ ਨਹੀਂ ਕਰਦਾ, ਇਹਦੇ ਤੇ ਨਹੀਂ ਕਰਦਾ ਤੇ ਨਹੀਂ ਕਰਦਾ। ਦੇਖ ਲੈਣਾ, ਉਸੇ ਤਰ੍ਹਾਂ ਹੀ ਕਲਪਦੇ ਮਿਲਣਗੇ ਤੁਹਾਨੂੰ ਬੰਦੇ। ਜਿਸ ਤਰ੍ਹਾਂ ਦਾ ਸੁਭਾਅ ਹੈ ਬਦਲਦਾ ਨਹੀਂ, ਜਿਸ ਤਰ੍ਹਾਂ ਦਾ ਸੁਭਾਅ ਹੈ ਬਦਲਦਾ ਨਹੀਂ। ਇਹ ਧੋਂਦੀ ਨਹੀਂ, ਇਹ ਜਿਹੜਾ ਸਾਬਣ ਹੈ ਕਾਟ ਨਹੀਂ ਕਰਦਾ ਪਿਆਰਿਓ।
ਸਾਰਿਆਂ ਨਾਲ ਪਹਿਲਾਂ ਸਾਨੂੰ ਅਰਥ ਚਾਹੀਦਾ। ਧਰਮ ਅਸੀਂ ਧਾਰਨ ਕਰ ਲਿਆ ਤੇ ਕਿਸ ਅਰਥ ਕੀਤਾ ਉਸ ਚੀਜ਼ ਦਾ ਸਾਨੂੰ ਪਤਾ ਚਾਹੀਦਾ। ਅਰਥ ਕੀ ਹੈ ਹੁਣ, ਕਿਸ ਕਰਕੇ, ਕਾਹਦੇ ਵਾਸਤੇ। ਇਹ ਜਿਹੜੀ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਇਹਨੂੰ ਜੇ ਧੋ ਸਕਦਾ ਤੇ ਇੱਕੋ ਹੀ ਸਾਬਣ ਹੈ, ਵਾਹਿਗੁਰੂ। ਜਿਹੜਾ 5 ਪਿਆਰਿਆਂ ਤੋਂ ਲੈ ਕੇ ਆਏ ਉਦੋਂ ਬਾਅਦ ਕੋਈ ਪੋਥੀ ਨਹੀਂ ਪੜ੍ਹਨੀ, ਕੋਈ ਗੁਟਕਾ ਨਹੀਂ ਪੜ੍ਹਨਾ, ਕੋਈ 5 ਬਾਣੀਆਂ ਦਾ ਨਿਤਨੇਮ ਨਹੀਂ, ਕੋਈ ਰਹਿ ਰਾਸ ਨਹੀਂ, ਕੋਈ ਕੀਰਤਨ ਸੋਹਲਾ ਨਹੀਂ, ਪੜ੍ਹਨਾ ਹੀ ਨਹੀਂ, ਬਿਲਕੁਲ ਹੀ ਨਹੀਂ, ਕੋਈ ਮੂਲ ਮੰਤਰ ਨਹੀਂ। ਜਿਸ ਨੂੰ ਗੁਰ ਮੰਤਰ ਪ੍ਰਾਪਤ ਹੋ ਗਿਆ ਵਾਹਿਗੁਰੂ, ਇਹ ਸਾਬਣ ਹੀ ਐਸਾ ਹੈ। ਇਹ ਕਾਟ ਕਰਦਾ ਪਿਆਰਿਓ, ਇਹ ਕਾਟ ਕਰਦਾ ਤੁਹਾਡੇ ਜਨਮਾਂਤਰਾਂ ਦੇ ਲੱਗੇ ਹੋਏ ਪਾਪ ਕਰਮ, ਜਿਹਦਾ ਕਰਕੇ ਤੁਸੀਂ ਕਾਮੀ ਹੋ, ਕ੍ਰੋਧੀ ਹੋ, ਲੋਭੀ ਹੋ, ਮੋਹ ਬਹੁਤ, ਅਹੰਕਾਰ ਬਹੁਤ, ਤੇ ਆਸਾ ਤੇ ਤ੍ਰਿਸ਼ਨਾ ਦਾ ਪਵਾੜਾ ਇਹ ਤੇ ਤੁਹਾਨੂੰ ਨਚਾਈ ਕਰਦਾ ਰਹਿੰਦਾ। ਆਸਾ ਤੇ ਤ੍ਰਿਸ਼ਨਾ ਤੇ ਲੋਭ ਰੂਪੀ ਕੁੱਤਾ ਤੜਕੇ ਉੱਠ ਪੈਂਦਾ। ਧਾਰਮਿਕ ਬੰਦਿਆਂ ਦੇ ਜ਼ਿਆਦਾ ਉੱਠਦਾ। ਇਹ ਤੇ 1 ਵਜੇ ਨਹਾ ਧੋ ਕੇ ਬਹਿ ਜਾਂਦੇ ਸਮਾਧੀਆਂ ਜੀ ਦੇ ਧਿਆਨਾਂ ਜੀ ਤੇ ਲੱਭਣ ਵਾਸਤੇ ਆ। ਲੋਭ ਰੂਪੀ ਕੁੱਤਾ ਅੰਦਰੋਂ ਭੌਂਕਦਾ ਰਹਿੰਦਾ, ਲੱਭ ਪਈ, ਚੱਲ ਹੋਰ ਬਹਿ ਜਾ। ਤੇ ਇਹ ਧਰਮ ਪਿਆਰਿਓ ਸੂਰਮਿਆਂ ਦਾ ਧਰਮ, ਬਾਦਸ਼ਾਹਾਂ ਦਾ ਧਰਮ ਹੈ। ਇਹ ਸਮਝਾਉਂਦਾ ਲੋਕ ਸੰਸਾਰੀ ਤਾਂ ਤੜਫਣ, ਤੁਸੀਂ ਧਾਰਮਿਕ ਲੋਕ ਹੋ ਕੇ ਵੀ ਤੜਫਦੇ ਹੋ, ਤੁਹਾਨੂੰ ਪਤਾ ਹੀ ਨਹੀਂ ਅਸਲ ਦੇ ਵਿੱਚ ਕੀ ਹੈ, ਅਰਥ ਕੀ। ਧਰਮ ਧਾਰਨ ਕੀਤਾ ਤੇ ਇਸ ਕਰਕੇ ਕੀਤਾ, ਅਰਥ ਕੀ ਹੈ, ਕਿਸ ਅਰਥ ਆਉਂਦਾ ਤੁਹਾਡਾ, ਇਹ ਕਿਸ ਕੰਮ ਆਉਂਦਾ। ਧਰਮ ਧਾਰਨ ਕਰ ਲਿਆ, ਕਿਸ ਅਰਥ, ਕਾਹਦੇ ਵਾਸਤੇ ਕੀਤਾ। ਤੇ ਪਿਆਰੇ ਉਹ ਤੁਹਾਨੂੰ ਸਮਝਾਉਂਦਾ ਤੁਹਾਡਾ ਗੁਰੂ। ਜਨਮ ਕੇ ਇਸ ਮਨ ਕੋ ਮੈਲ ਲਾਗੀ ਤੇ ਕਾਲਾ ਹੋਆ ਸਿਆ, ਉਹ ਖੰਨਲੀ ਧੋਤੀ ਉਜਲੀ ਨਾ ਹੋਵੇ। ਜੇ 100 ਧੋਵਣ ਪਾਓ, ਜਿੰਨੇ ਵਾਰੀ ਮਰਜ਼ੀ ਧੋ ਲਓ, ਇਹ ਸਾਫ਼ ਨਹੀਂ ਹੁੰਦੀ। ਵੰਨ ਸੋਨੇ ਸਾਬਣ ਲਾ ਕੇ ਵੇਖ ਲੈ, ਤੀਰਥਾਂ ਤੇ ਜਾ ਕੇ ਵੇਖ ਲਿਆ, ਗੁੜ ਕੇ ਪੋਥੀਆਂ ਪੜ੍ਹ ਕੇ ਵੇਖ ਲੈ, ਸੁਖਮਣੀਆਂ ਕਰ ਲਈਆਂ, ਜਪਜੀ ਕਰ ਲੈ, ਰਹਿ ਰਾਸਾਂ ਕਰ ਲਈਆਂ, ਕੀਰਤਨ ਸੋਹਲੇ ਕਰ ਲਏ, 5 ਬਾਣੀਆਂ ਪੜ੍ਹ ਲਈਆਂ, ਇਹ ਮੈਲ ਨਹੀਂ ਲੱਥੀ। ਸਾਰੇ ਪੁਆੜੇ ਕਰਕੇ ਵੇਖ ਲੈ। ਫਿਰ ਇਸ ਦੀ ਕਾਟ ਦਾ ਤੁਹਾਨੂੰ ਸਾਬਣ ਦਿੱਤਾ ਤੁਹਾਡੇ ਸਤਿਗੁਰੂ ਨੇ। ਅੰਮ੍ਰਿਤ ਨਾਮ ਨਰਮੋਲ ਕੇ ਹੀਰਾ ਵਾਹਿਗੁਰੂ, ਗੁਰ ਦੀਨੋ ਮਨ ਤਾਨੀ, ਜਿਹੜਾ ਗੁਰੂ ਤੋਂ ਤੁਸੀਂ ਲੈ ਕੇ ਆਏ 5 ਪਿਆਰਿਆਂ ਕੋਲੋਂ। ਹੁਣ ਡਿੱਗਿਓ ਨਾ ਤੇ ਡੋਲਿਓ ਨਾ, ਦ੍ਰਿੜ ਕਰਕੇ ਤੁਰੇ ਆਇਓ, ਪੂਰਨ ਤੌਰ ਤੇ ਤੁਹਾਨੂੰ ਤ੍ਰਿਪਤ ਕਰ ਦੇਵੇਗਾ। ਜਿਸ ਤਰ੍ਹਾਂ ਦੀ ਆਤਮਾ ਪਰਮਾਤਮਾ ਵਿੱਚੋਂ ਆਈ ਸੀ ਉਸੇ ਤਰ੍ਹਾਂ ਦੀ ਕਰ ਦੇਵੇਗਾ। ਅਰਥ ਧਰਮ ਮਿਲ ਗਿਆ, ਅਰਥ ਦਾ ਪਤਾ ਲੱਗ ਗਿਆ, ਪੋਥੀਆਂ ਪਾਥੀਆਂ ਰੱਖ ਦਿੱਤੀਆਂ, ਗੁੜ ਕੇ ਪਾਸੇ ਰੱਖ ਦਿੱਤੇ, ਵਾਹਿਗੁਰੂ ਗੁਰਮੰਤਰ ਮਿਲਿਆ ਹੈ। ਇਹ ਇੱਕ ਹੀਰਾ ਹੈ ਨਰਮੋਲਕ, ਇਸ ਹੀਰੇ ਦੀ ਕਦਰ ਜਾਣੀ। ਇਸ ਹੀਰੇ ਨੇ ਆਪਣਾ ਕੰਮ ਕੀਤਾ, ਇਸ ਸਾਬਣ ਨੇ ਆਪਣਾ ਕੰਮ ਕੀਤਾ। ਜਨਮਾਂਤਰਾਂ ਦੀ ਲੱਗੀ ਹੋਈ ਮੈਲ ਇਸ ਨੇ ਧੋਣੀ ਸ਼ੁਰੂ ਕਰ ਦਿੱਤੀ। ਤੇ ਪਿਆਰਿਓ ਇਹੋ ਹੀ ਰਾਹ ਹੈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਤੇ ਜਾਣ ਵਾਸਤੇ। 1 2 ਜੀਵ ਲੱਖ ਹੋਣਾ, ਲੱਖ ਹੋਵਾਂ ਲੱਖ 20 ਲੱਖ ਜਿਹੜਾ ਕੀ ਇੱਕ ਨਾਮ ਜਗਦੀਸ਼। ਇਹ ਤਰਾਤ ਰਾਹੇ ਪਤ ਪੌੜੀਆਂ ਚੜੀਏ, ਹੋਏ 21 ਇੱਕ ਹੋਣਾ, ਹੋਏ 21 ਇੱਕ ਹੋਣਾ ਉਸ ਨਿਰੰਕਾਰ ਨਾਲ। ਬਸ ਇਹੀ ਰਸਤਾ ਹੈ ਇੱਕੋ, ਧਰਮ ਅਰਥ ਕਾਮ। ਸਾਡੀਆਂ ਕਾਮਨਾਵਾਂ ਅਸੀਂ ਚਾਹੁੰਦੇ ਕੀ ਹਾਂ, ਸਾਨੂੰ ਪਤਾ ਨਹੀਂ ਅਸੀਂ ਕੀ ਚਾਹੁੰਦੇ ਹਾਂ, ਕਾਹਦੇ ਵਾਸਤੇ। ਸਾਡੀਆਂ ਕਾਮਨਾਵਾਂ ਅਸੀਂ ਕੀ ਚਾਹੁੰਦੇ ਹਾਂ। ਤੇ ਪਿਆਰਿਓ ਗੁਰਬਾਣੀ ਲਿਖੀ ਕੇਵਲ ਪੜ੍ਹਨ ਵਾਸਤੇ ਨਹੀਂ, ਗੁਰਬਾਣੀ ਲਿਖੀ ਕੇਵਲ ਪੜ੍ਹਨ ਵਾਸਤੇ ਨਹੀਂ। ਕਾਮਨਾ ਤੁਹਾਡੀ ਕੀ ਹੋਣੀ ਚਾਹੀਦੀ, ਕੌਣ ਸਮਝਾਵੇਗਾ, ਤੁਹਾਡਾ ਗੁਰੂ ਗ੍ਰੰਥ ਸਾਹਿਬ ਗੁਰਬਾਣੀ। ਫਿਰ ਤੁਹਾਨੂੰ ਗੁਰਬਾਣੀ ਦੀ ਸਮਝ ਆਉਣ ਲੱਗੇਗੀ। ਵਾਹਿਗੁਰੂ ਵਾਹਿਗੁਰੂ ਜਪਦੇ ਆ ਜਦੋਂ ਕਾਈ ਲੱਥੇ ਜੀ ਉੱਤੋਂ ਜਿਹੜੀ ਜਮੀ ਹੋਈ ਤੇ ਅੰਦਰੋਂ ਤੁਹਾਨੂੰ ਗਿਆਨ ਪ੍ਰਾਪਤ ਹੋਵੇਗਾ। ਗਿਆਨ ਅੰਜਨ ਗੁਰ ਦੀਆ, ਅਗਿਆਨ ਅਧੇਰ ਵਿਨਾਸ਼, ਅਗਿਆਨਤਾ ਦਾ ਜਿਹੜਾ ਹਨੇਰਾ ਸੀ ਉਹ ਦੂਰ ਹੋਵੇਗਾ। ਕਰੇਗਾ ਕੌਣ, ਵਾਹਿਗੁਰੂ ਗੁਰਮੰਤਰ। ਅਗਿਆਨ ਅਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ। ਨਾਨਕ ਮਨ ਪ੍ਰਗਾਸ, ਤੁਹਾਡੇ ਅੰਦਰ ਪ੍ਰਗਾਸ ਹੋਵੇਗਾ ਤੇ ਲਿਆਵੇਗਾ ਕੌਣ, ਗੁਰਬਾਣੀ। ਮੋਕਸ਼ ਮੁਕਤੀ ਇਹ ਮਿਲੇਗੀ ਕਦੋਂ, ਹੁੰਦੀ ਕੀ ਕਿਸੇ ਨੂੰ ਨਹੀਂ ਪਤਾ। ਟੱਕਰਾਂ ਮਾਰ ਰਹੇ ਸਭ, ਕਿਸੇ ਨੂੰ ਨਹੀਂ ਪਤਾ, ਟੱਕਰਾਂ ਹੀ ਮਾਰ ਰਹੇ ਬਸ। ਮੁਕਤੀ ਕੀ ਹੁੰਦੀ ਪਿਆਰਿਓ, ਜਿੱਥੇ ਅਸੀਂ ਫਸੇ ਹੋਏ ਹਾਂ, ਕੁਝ ਪ੍ਰਾਪਤ ਕਰਨ ਦਾ ਯਤਨ ਕਰਦੇ, ਸਾਡਾ ਮਨ ਚਾਹੁੰਦਾ ਹੈ ਕੁਝ, ਇਹ ਮੁਕਤੀ ਮਿਲ ਜਾਣੀ। ਚਾਹਵੇ ਨਾ ਕੁਛ, ਤ੍ਰਿਸ਼ਨਾ ਨਾ ਹੋਵੇ, ਕੋਈ ਆਸਾ ਨਾ ਹੋਵੇ, ਕੋਈ ਮਨਸਾ ਨਾ ਹੋਵੇ, ਇਹਦੇ ਅੰਦਰ ਅਪੂਰਵਤਾ ਬਣ ਜਾਵੇ, ਫੁਰਨਾ ਕੋਈ ਬੁਰਾ ਹੀ ਨਾ। ਇਹਨੂੰ ਕਹਿੰਦੇ ਮੋਕਸ਼ ਮੁਕਤੀ। ਤੁਹਾਨੂੰ ਕੋਈ ਚਿੰਤਾ ਨਾ ਸਤਾਵੇ, ਤੁਹਾਨੂੰ ਕੋਈ ਗਮ ਨਾ ਸਤਾਵੇ। ਤੋ ਇਹ ਪ੍ਰਾਪਤ ਕਰਨ ਵਾਸਤੇ ਧੀਆਂ ਨੂੰ ਲੈ ਕੇ, ਪੁੱਤਾਂ ਨੂੰ ਲੈ ਕੇ, ਜ਼ਮੀਨ ਨੂੰ ਲੈ ਕੇ, ਕਾਰੋਬਾਰਾਂ ਨੂੰ ਲੈ ਕੇ, ਸਿਲਸਿਲਿਆਂ ਨੂੰ ਲੈ ਕੇ ਤੁਹਾਡਾ ਰੋਣਾ ਪਿੱਟਣਾ ਬੰਦ ਹੋ ਜੇ, ਤੇ ਧਰਮ ਨੂੰ ਲੈ ਕੇ ਜ਼ੋਰ ਅਜਮਾਈ ਕਰਨੀ ਬੰਦ ਕਰ ਦਿਓ, ਉਹਨੂੰ ਵੱਡਾ ਕਰਕੇ ਜਾਣੋ, ਨਿਰੰਕਾਰ ਅੱਗੇ ਸਮਰਪਿਤ ਹੋ ਜਾਓ। ਇਹ ਉਰਾਂ ਦੀ ਖੇਡ ਨਹੀਂ, ਪਰਾਂ ਦੀ ਖੇਡ ਹੈ। ਐਸ ਕਰਕੇ ਧਰਮ ਅਰਥ ਕਾਮ ਮੋਕਸ਼ ਦਾ ਦਾਤਾ, ਪੂਰੀ ਪਈ ਸਿਮਰ ਬਦਾਤਾ। 4 ਪਦਾਰਥ ਇਹ ਹਨ। 4 ਪਦਾਰਥ ਜੇ ਕੋ ਮੰਗੇ, ਜੇ ਕੋਈ 4 ਪਦਾਰਥ ਮੰਗਦਾ ਹੈ, ਚਾਹੁੰਦਾ ਹੈ,
ਤੋ ਸਾਧ ਜਨਾਂ ਕੀ ਸੇਵਾ ਲਾਗੇ ਸਾਧ ਜਨ ਗੁਰਦੇਵ ਗੁਰੂ ਪਾਤਸ਼ਾਹ ਇਹਨਾਂ ਦੇ ਜਾ ਕੇ ਚਰਨੇ ਲੱਗ ਜਾਓ ਤੇ ਇਹ ਤੁਹਾਡੀ ਸੇਵਾ ਪ੍ਰਵਾਨ ਕਰਨਗੇ। ਜੋ ਸੇਵਾ ਤਤਨੋਂ ਕਰੀ ਜਾਣਾ। ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਹਿੰਦੇ ਸਾਧ ਗਾਵੇ। ਲੋ ਜੀ ਹੁਣ ਸਾਡੇ ਕਿਵੇਂ ਪਾਂਜੇ ਇੱਥੇ ਮੇਰੇ ਕੋਲ ਬਹਿ ਕੇ ਬੀਬੀਆਂ ਕਰ ਜਾਂਦੀਆਂ। ਜਿਹੜਾ ਬਾਬੇ ਦਾ ਨਾਮ ਜ਼ਿਆਦਾ ਜਪੇ ਤੇ ਬਾਬਾ ਉਹਨੂੰ ਦੁੱਖ ਬੜੇ ਦਿੰਦਾ। ਉਹ ਬਾਰ-ਬਾਰ ਕਹਿੰਦਾ ਨਾ ਗੁਰੂ ਤੋਂ ਪ੍ਰਸ਼ਾਦ ਲੈਣ ਆਈਦਾ। ਪ੍ਰਸ਼ਾਦ ਪਿਆਰਿਓ ਕਿਰਪਾ ਦਾ ਮਹਿਰਮਤ ਦਾ। ਇਹ ਗੁਰੂ ਬੜਾ ਵੱਡਾ, ਗੁਰੂ ਬੜਾ ਸਮਰੱਥ। ਤੁਸੀਂ ਨਹੀਂ ਸਮਝਦੇ ਗੱਲ ਵੱਖਰੀ। ਗੁਰੂ ਕੋਲੇ ਭੱਜ ਕੇ ਨਾ ਆਉਣਾ ਆਪਦੇ ਮਨ ਦੀ ਘੁੱਟਣ ਵਾਸਤੇ। ਗੁਰੂ ਕੋਲੋਂ ਸਿੱਖਣ ਆਉਣਾ ਚੁੱਪ ਕਰਕੇ ਸ਼ਾਂਤੀ ਨਾਲ, ਕਿਉਂਕਿ ਤੁਹਾਡੀ ਔਕਾਤ ਨਹੀਂ, ਸਾਡੀ ਔਕਾਤ ਨਹੀਂ, ਮੇਰੀ ਔਕਾਤ ਨਹੀਂ। ਮੈਂ ਗੁਰੂ ਦੇ ਸਾਹਮਣੇ ਆ ਕੇ ਖਲੋ ਜਾਵਾਂ ਨਹੀਂ ਉਹ ਗੁਰੂ ਤੂੰ ਗਲਤ ਹੈ ਮੈਂ ਸਹੀ ਹਾਂ ਸਾਬਤ ਕਰਨੀ ਆਈਦਾ ਮੈਂ ਸਹੀ ਹਾਂ। ਜਦੋਂ ਮੈਂ ਆਪਣੇ ਮਨ ਦੀ ਮੱਤ ਘੋਟਾਂ ਦਾ ਅਰਥ ਇਹਦਾ ਇਹ ਨਿਕਲਦਾ ਗੁਰੂ ਜੀ ਤੁਸੀਂ ਗਲਤ ਹੋ ਤੇ ਮੈਂ ਸਹੀ ਹਾਂ। ਗੁਰੂ ਨੂੰ ਸਮਝਾਉਣ ਨਹੀਂ ਆਈਦਾ, ਗੁਰੂ ਕੋਲੋਂ ਸਮਝਣ ਆਈਦਾ। ਤੇ ਤੁਹਾਡਾ ਗੁਰੂ ਕੀ ਸਮਝਾਉਂਦਾ? ਜੇ ਕੋ ਆਪਣਾ ਦੁੱਖ ਮਿਟਾਵੇ, ਆਪਣੇ ਦੁੱਖ ਮਿਟਾਉਣੇ ਚਾਹੁੰਦੇ ਹੋ ਹਾਂਜੀ ਤਾਂ ਫਿਰ ਕਰੋ, ਧਿਆਨ ਕਰੋ। ਹਰ ਹਰ ਨਾਮ ਰਿਦੇ ਸਤ ਗਾਵੇ, ਹਰ ਹਰ ਵਾਹਿਗੁਰੂ ਵਾਹਿਗੁਰੂ ਹਿਰਦੇ ਦੇ ਵਿੱਚ ਅੰਦਰੇ ਅੰਦਰ ਗਾਉਂਦੇ ਜਾਓ। ਬਾਬਾ ਬੜਾ ਚਿਰ ਗਵਾਇਆ ਸੀ ਤਾਂ ਤੇ ਪਿਆਰਿਓ ਬੜੇ ਤੋਂ ਪਾਪ ਕੀਤੇ, ਉਹ ਵੀ ਤਾਂ ਵੇਖੋ ਕਿੰਨੇ ਕੀਤੇ। ਐਸ ਜਨਮ ਵਿੱਚ ਝਾਤੀ ਮਾਰ ਲੋ ਕਿੰਨੀਆਂ ਕੁ ਚੁਗਲੀਆਂ, ਕਿੰਨੀ ਕੁ ਨਿੰਦਿਆ, ਕਿੰਨੀ ਕੁ ਚੁਗਲੀ, ਕਿੰਨਾ ਕੁ ਕਿਸੇ ਦਾ ਧਨ ਵੇਖਿਆ, ਕਿੰਨਾ ਕੁ ਰੂਪ ਵੇਖਿਆ, ਕਿੰਨਾ ਕੁ ਸਾੜਾ ਕੀਤਾ, ਕਿਸੇ ਨਾਲ ਈਰਖਾ ਕੀਤੀ, ਬਗਾਨਾ ਹੱਕ ਕੀਤਾ, ਕਿਸੇ ਤੇ ਰੋਬ ਝਾੜਿਆ, ਕਿਸੇ ਦੀ ਚੋਰੀ ਕੀਤੀ, ਹੇਰਾ ਫੇਰੀ ਕੀਤੀ, ਇੱਕ ਨੰਬਰ ਦੇ ਕੰਮ ਨਹੀਂ ਕੀਤੇ ਤੇ ਕੀ ਕੁਝ ਕੀਤਾ, ਕਿੰਨੇ ਕੁ ਕਤਲ ਕੀਤੇ ਵੇਖ ਲੈਣਾ। ਜ਼ਿਮੀਦਾਰ ਵਿਚਾਰਾ ਤੇ ਰਹਿੰਦਾ ਹੀ ਇਸ ਕੰਮ ਤੇ। ਕਿੰਨੇ ਕੁ ਜਾਨਵਰ, ਕਿੰਨੇ ਕੁ ਸਾਡੀਆਂ ਫਸਲਾਂ ਉੱਤੇ ਬਹਿੰਦੇ ਤੇ ਅਸੀਂ ਵੇਖ ਵੇਖ ਕੇ ਮਾਰਦੇ। ਜਦੋਂ ਥੋੜੇ ਜਿਹੇ ਹੁੰਦੇ ਨਾਲ ਹੀ ਸਪਰੇਆਂ ਕਰ ਦੇਣੀਆਂ। ਕਿੰਨਾ ਕੁ ਸਾਡਾ ਸਿਲਸਿਲਾ ਵਿਗੜਿਆ ਹੋਇਆ, ਉਹਨੂੰ ਸੁੱਧ ਕੌਣ ਕਰੇਗਾ? ਪਰਮਾਤਮਾ ਦਾ ਨਾਮ। ਦੁੱਖ ਕੀ ਹਨ? ਜੋ ਕੁਝ ਅਸੀਂ ਚਾਹੁੰਦੇ ਹਾਂ ਉਹ ਮਿਲ ਨਹੀਂ ਰਿਹਾ, ਇਹ ਦੁੱਖ ਹੈ। ਇਹ ਮਿਟਾਵੇਗਾ ਕੌਣ? ਪਰਮਾਤਮਾ ਦਾ ਨਾਮ। ਵਿਸ਼ਵਾਸ ਕਰਕੇ ਜਗਦੇ ਰਹੋ। ਜਿਸ ਕਰਕੇ ਤੁਸੀਂ ਰੋ ਰਹੇ ਹੋ, ਇਹ ਤੁਸੀਂ ਨਹੀਂ ਰੋ ਰਹੇ, ਤੁਸੀਂ ਤਾਂ ਹੈ ਹੀ ਨਹੀਂ। ਅੱਜ ਤੱਕ ਤੁਹਾਨੂੰ ਸਮਝ ਨਹੀਂ ਲੱਗੀ ਵੀ ਤੁਸੀਂ ਹੈ ਕੌਣ, ਕਿਉਂਕਿ ਤੁਸੀਂ ਖੋਜਿਆ ਨਹੀਂ ਅੰਦਰ, ਅੰਦਰ ਜਾ ਕੇ ਨਹੀਂ ਵੇਖਿਆ, ਆਪਣੇ ਆਪ ਉੱਤੇ ਝਾਤੀ ਨਹੀਂ ਮਾਰੀ ਕੌਣ ਹੈ ਤੂੰ, ਆਇਆ ਕਿੱਥੋਂ, ਜਾਏਗਾ ਕਿੱਥੇ, ਤੇਰੀ ਸਾਂਝ ਕੀ, ਸੱਚੀ ਮੁੱਚੀ ਤੂੰ ਇੱਥੇ ਰਹਿਣ ਆਇਆ ਹੈ ਕਿੰਨੇ ਕੁ ਚਿਰ ਵਾਸਤੇ, ਕੀ ਜੋ ਤੈਨੂੰ ਪ੍ਰਾਪਤ ਹੋ ਜਾਵੇਗਾ ਇਹਦੇ ਤੋਂ ਤੈਨੂੰ ਸੁੱਖ ਮਿਲ ਜਾਣਗੇ? ਤੇ ਪਿਆਰਿਓ ਨਹੀਂ ਮਿਲਦੇ, ਸਾਨੂੰ ਵੀ ਪਤਾ। ਇੱਥੇ ਤਾਂ ਇੱਕ ਵਾਰੀ ਬੜੀਆਂ ਮਿਹਨਤਾਂ ਕਰਕੇ ਬੰਦਾ MLA ਬਣ ਜਾਂਦਾ, ਫਿਰ ਉਹਦੀ ਤ੍ਰਿਸ਼ਨਾ ਨਹੀਂ ਖਲੋਂਦੀ, ਆਂਦਾ ਦੂਜੀ ਵਾਰੀ ਵੀ ਬਣਨਾ, 3-4 ਵਾਰੀ ਬਣ ਕੇ ਆਂਦਾ ਹੁਣ MP ਖਲੋਈਏ, ਫੇਰ ਗੱਲ ਬਣੇ, ਫੇਰ ਕਹਿੰਦਾ ਆਪਾਂ ਮੁੱਖ ਮੰਤਰੀ ਬਣੀਏ ਤੇ ਗੱਲ ਪ੍ਰਧਾਨ ਮੰਤਰੀ ਤੇ ਪਹੁੰਚ ਜਾਂਦੀ, ਤੇ ਪ੍ਰਧਾਨ ਮੰਤਰੀ ਬਣ ਕੇ ਵੀ ਬੰਦੇ ਦਾ ਮਨ ਨਹੀਂ ਟਿਕਦਾ। ਇਹ ਤ੍ਰਿਸ਼ਨਾ ਹੀ ਐਸੀ, ਇਹ ਅੱਗ ਹੀ ਐਸੀ। ਤੇ ਸੁੱਖ ਚਾਹੁੰਦੇ ਹੋ, ਪਰਮਾਤਮਾ ਦਾ ਨਾਮ ਜਪੋ, ਤੁਹਾਨੂੰ ਅੰਦਰੋਂ ਸੁੱਧ ਕਰੇਗਾ। ਫੇਰ ਪਤਾ ਲੱਗੇਗਾ ਅਸਲ ਵਿੱਚ ਸੁੱਖ ਕੀ ਹੁੰਦਾ, ਸੰਤੋਖ। ਸੁੱਖ ਕੀ ਹੁੰਦਾ, ਸੰਤੋਖ। ਸੁੱਖ ਕੀ ਹੁੰਦਾ, ਸੰਤੋਖ। ਤਾਂ ਤੇ ਨਾਮ ਬੀਜ ਸੰਤੋਖ ਸੁਹਾਗਾ ਤੇ ਰੱਖ ਗਰੀਬੀ ਵੇਚ। ਪਰਮਾਤਮਾ ਦਾ ਨਾਮ ਬੀਜੋ ਵਾਹਿਗੁਰੂ, ਪਰਮਾਤਮਾ ਦਾ ਨਾਮ ਵਾਹਿਗੁਰੂ। ਤ੍ਰਿਸ਼ਨਾ ਨੇੜੇ ਨਹੀਂ ਆਉਣ ਦੇਣੀ, ਮਨਸਾ ਨੇੜੇ ਨਹੀਂ ਆਉਣ ਦੇਣੀ। ਸੁਹਾਗਾ ਫੇਰ ਦੇਣਾ ਉੱਤੇ। ਇਹ ਕੰਮ ਕਰਦਾ ਆਪਦਾ ਅੰਦਰ। ਪਿਆਰਿਓ ਇਹ ਐਸੀ ਦਵਾਈ ਹੈ, ਇਹ ਤੁਹਾਡੇ ਅੰਦਰ ਦੀ ਜਿਹੜੀ ਸੋਚ ਹੈ ਸਾਨੂੰ ਬਦਲੇਗੀ। ਤੇ ਤੁਹਾਨੂੰ ਜੋ ਦੁੱਖ ਲੱਗਦਾ ਉਹ ਦੁੱਖ ਨਹੀਂ ਲੱਗੇਗਾ। ਜੇ ਕੋ ਆਪਣੀ ਸੋਭਾ ਲੋਰੇ, ਸਾਧ ਸੰਗੇ ਹਉਮੈ ਸੋਰੇ, ਗੁਰੂ ਦੇ ਚਰਨਾਂ ਨਾਲ ਆ ਕੇ ਮੈਂ ਛੋੜ ਦਿਓ ਵੀ ਮੈਂ ਵੀ ਕੁਛ ਹਾਂ ਤੇ ਮੈਂ ਕੁਝ ਪ੍ਰਾਪਤ ਕਰਾਂ, ਮੈਂ ਸਮਾਧੀਆਂ ਜਪਾਵਾਂ, ਧਿਆਨਾਂ ਜਪਾਵਾਂ ਤੇ ਮੈਨੂੰ ਲੋਕ ਮੰਨਣ। ਜੋ ਤੁਸੀਂ ਅੰਦਰੋਂ ਚਾਹੁੰਦੇ ਹੋ ਨਾ, ਲੋਕ ਤੁਹਾਨੂੰ ਮੰਨਣ। ਇਸ ਕਰਕੇ ਤੁਸੀਂ ਸਮਾਧੀਆਂ ਜਪਾਉਂਦੇ, ਧਿਆਨਾਂ ਜਪਾਉਂਦੇ, ਬਾਬੇ ਬਣਦੇ। ਤੇ ਤੁਹਾਡਾ ਗੁਰੂ ਕਹਿੰਦਾ ਓਏ ਤੁਸੀਂ ਤੁਰ ਕੇ ਵੇਖੋ ਮੇਰੇ ਆਖੇ ਲੱਗ ਕੇ। ਤੁਸੀਂ ਕਾਹਲੇ ਬੜੇ ਪੈਂਦੇ ਹਰ ਕੰਮ ਨੂੰ। ਤੁਸੀਂ ਰਿਜ਼ਲਟ ਨਿਕਲਣ ਤੋਂ ਪਹਿਲਾਂ ਹੀ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਸੀਸ ਮੰਗੇ ਤੇ ਜਿਹੜੇ ਮੇਰੇ ਵਰਗੇ ਗਿੱਦੜ ਸਨ ਮਾਤਾ ਜੀ ਕੋਲ ਚੱਲ ਗਏ। ਮਾਤਾ ਜੀ ਸਿਰ ਵੱਢਣ ਲੱਗ ਪਿਆ, ਤੇਰਾ ਪੁੱਤ। ਮਾਤਾ ਜੀ ਨੇ ਸਹਿਜ ਸੁਭਾਅ ਜਵਾਬ ਦਿੱਤਾ ਸੀ, ਪੁੱਤ ਤੁਸੀਂ ਰਿਜ਼ਲਟ ਨਹੀਂ ਵੇਖਿਆ, ਪਹਿਲਾਂ ਮੇਰੇ ਕੋਲ ਆ ਗਏ, ਜਾਓ ਜਾ ਕੇ ਰਿਜ਼ਲਟ ਵੇਖੋ। ਰਿਜ਼ਲਟ ਵੇਖਣ ਤੋਂ ਬਾਅਦ ਮੇਰੇ ਕੋਲ ਕੰਪਲੇਂਟ ਕਰਿਓ। ਅਸੀਂ ਕੰਪਲੇਂਟ ਪਹਿਲਾਂ ਕਰਦੇ ਪਿਆਰਿਓ। ਸਾਡੀ ਆਦਤ ਬੜੀ ਖਤਰਨਾਕ ਹੈ। ਸੋ ਸਤਿਗੁਰੂ ਤੁਹਾਡੇ ਕੀ ਕਹਿੰਦੇ, ਜੇਕਰ ਤੁਸੀਂ ਪਰਮਾਤਮਾ ਦੀ ਨਾਮ ਜਪ ਕੇ ਸੋਭਾ ਚਾਹੁੰਦੇ ਹੋ ਤੇ ਜਪਦੇ ਜਾਓ, ਜਪਦੇ ਜਾਓ, ਜਪਦੇ ਜਾਓ। ਤੁਹਾਡੀ ਸੋਭਾ ਸਾਰੇ ਸੰਸਾਰ ਵਿੱਚ ਹੋਏਗੀ, ਮੈਂ ਗਰੰਟੀ ਦਿੰਦਾ। ਇਸ ਪਾਸੇ ਨੂੰ ਨਾ ਭੱਜੋ, ਸੋਭਾ ਕਰਾਉਣ ਵਾਲੇ ਪਾਸੇ। ਤੁਸੀਂ ਆਪਣੇ ਆਪ ਨੂੰ ਮਿਟਾਉਣ ਵਾਲੇ ਪਾਸੇ ਭੱਜੋ।
ਜਦੋਂ ਤੁਹਾਡੇ ਅੰਦਰ ਕਿਰਪਾ ਵਰਤ ਗਈ, ਘੇਰੇ ਪਾਸੇ ਤੁਹਾਡੀ ਸੋਭਾ ਆਪਣੇ ਆਪ ਹੀ ਹੋ ਜਾਵੇਗੀ। ਜੇ ਕੋਈ ਜਨਮ ਮਰਨ ਤੇ ਡਰੇ, ਸਾਧ ਜਨਾਂ ਕੀ ਸ਼ਰਣੀ ਪਰੇ। ਤੁਹਾਨੂੰ ਜਨਮ ਮਰਨ ਤੋਂ ਡਰ ਲੱਗਦਾ ਤਾਂ ਫੇਰ ਪਿਆਰਿਓ ਗੁਰੂ ਸਾਧ ਗੁਰਬਾਣੀ ਤੁਹਾਡੀ ਸਾਧ। ਇਸ ਗੁਰਬਾਣੀ ਦੇ ਚਰਨਾਂ ਵਿੱਚ ਪੈ ਜਾਓ। ਜੋ ਗੁਰਬਾਣੀ ਕਹਿੰਦੀ ਹੈ ਉਹ ਕਰਨਾ ਸ਼ੁਰੂ ਕਰ ਦਿਓ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੇ ਬਲ ਬਲ ਜਾਸਾ। ਹੁਣ ਇੱਥੇ ਆਈ ਖੇਡ ਪਿਆਰਿਓ, ਇੱਥੇ ਖੇਡ ਆਈ। ਜੇ ਤੇ ਤੁਸੀਂ ਧਾਰਮਿਕ ਹੋ ਤੇ ਪਰਮਾਤਮਾ ਦੇ ਦਰਸ਼ਨ ਕਰਨੇ ਚਾਹੁੰਦੇ, ਤੇ ਆਸਾ ਛੱਡ ਦਿਓ, ਮਨਸਾ ਛੱਡ ਦਿਓ, ਚਾਹਤ ਛੱਡ ਦਿਓ। ਕਿਉਂ ਭਲਾ? ਜੋ ਕੋਈ ਤੁਸੀਂ ਆਸਾ ਰੱਖਦੇ ਉਹ ਤੁਹਾਡੇ ਮਨ ਦੀ ਆਸਾ ਹੈ। ਤੁਸੀਂ ਕਹਿੰਦੇ ਕੰਨਾਂ 'ਚ ਟੀਂਗੀ ਹੋ ਜਾਵੇ, ਇਹ ਰੱਬ ਨਹੀਂ। ਤੁਹਾਨੂੰ ਵੀ ਪਤਾ ਇਹ ਤਾਂ ਰੱਬ ਨਹੀਂ। ਤਾਂ ਫਿਰ ਨੇਤੀ ਇਹ ਨਹੀਂ, ਚੱਲ ਅੱਗੇ ਇਹ ਵੀ ਨਹੀਂ। ਕੰਨਾਂ ਦੇ ਵਿੱਚ ਆਵਾਜ਼ ਸੁਣਾਈ ਦਿੱਤੀ ਕਿਸੇ ਪੰਛੀ ਜਾਨਵਰ ਦੀ ਨਹੀਂ, ਇਹ ਨਹੀਂ ਜੀ ਸਾਡੀ ਤੇਰੇ ਨਾਲ ਸਾਂਝ ਨਹੀਂ, ਜਾ ਕਰਾਂ ਨੂੰ। ਪਹਿਲੀ ਤਾਂ ਗੱਲ ਇਸ ਪਾਸੇ ਮਨ ਆਵੇ ਕਿਉਂ, ਸੋਚ ਆਵੇ ਕਿਉਂ? ਅਸੀਂ ਤਾਂ ਪ੍ਰਮਾਤਮਾ ਦਾ ਨਾਮ ਜਪਣਾ ਤੇ ਸੰਤੋਖੀ ਹੋਣਾ, ਤੇ ਤੁਹਾਡੇ ਅੰਦਰ ਸੰਤੋਖ ਨਹੀਂ ਆਇਆ, ਤੁਸੀਂ ਕੁਝ ਚਾਹੁੰਦੇ ਹੋ। ਝੂਠ ਬੋਲਣਾ ਸਾਡਾ ਸੁਭਾਅ ਹੈ ਪਿਆਰਿਓ। ਝੂਠ ਬੋਲਣਾ ਧਾਰਮਿਕ ਦੁਨੀਆ ਦਾ ਸੁਭਾਅ ਹੈ ਬਹੁਤ ਜ਼ਿਆਦਾ। ਜੋ ਕੁਝ ਅਸੀਂ ਪ੍ਰਾਪਤ ਕਰਦੇ ਹਾਂ ਉਹਨੂੰ ਰੱਬ ਦੇ ਦਰਸ਼ਨ ਕਹਿੰਦੇ। ਜਿੱਤ ਪਤਾ ਦਾ ਸੁਆਮੀ ਮੱਥੇ ਵਿੱਚ ਧਿਆਨ ਧਰ ਕੇ ਦੀਵਾ ਜਗਾਉਂਦੇ ਤੇ ਦੀਵੇ ਨੂੰ ਕਹਿੰਦੇ ਰੱਬ ਦੇ ਦਰਸ਼ਨ। ਇਹ ਰੱਬ ਦੇ ਦਰਸ਼ਨ ਨਹੀਂ ਹਨ। ਰੱਬ ਦੇ ਦਰਸ਼ਨ ਕੀ ਹਨ? ਤੁਸੀਂ ਆਪਣਾ ਕੰਮ ਕਰੋ ਤੇ ਉਹ ਆਪਣਾ ਕੰਮ ਕਰਦਾ ਜਾਵੇ। ਇੱਕ ਦਿਨ ਸਹਿਜ ਸੁਭਾਏ ਦਰਸ਼ਨ ਹੋਣਗੇ, ਤੁਹਾਨੂੰ ਪਤਾ ਵੀ ਨਹੀਂ ਲੱਗਣਾ ਉਹ ਦਰਸ਼ਨ ਹਨ। ਤੇ ਨਿਰੰਤਰ ਫਿਰ ਦਰਸ਼ਨ ਹੋਣਗੇ। ਬੋਲਤਾ ਹੈ ਮਿਰਗ ਮੀਨ ਪੰਖੇ ਰੂ ਬਿਨ ਹਰ ਜਾਲਤਾ ਹੈ ਨਹੀਂ ਉਹ। ਤੇ ਜਿਸ ਨੂੰ ਅੰਦਰੋਂ ਇਹ ਹੈ ਵੀ ਪ੍ਰਮਾਤਮਾ ਜੀ ਤੇਰੇ ਦਰਸ਼ਨ ਕਰਨੇ ਤੇ ਤੂੰ ਕਰਾਈ, ਸਾਡਾ ਮਨ ਨਾ ਇਸ ਪਾਸੇ ਨੂੰ ਭੱਜੇ। ਤੇ ਸਤਿਗੁਰੂ ਜੀ ਕਹਿੰਦੇ ਮੈਂ ਉਸ ਦੇ ਬਲਿਹਾਰ ਜਾਣਾ ਹਾਂ ਜੋ ਪ੍ਰਮਾਤਮਾ ਦੇ ਦਰਸ਼ਨ ਕਰਨ ਵਾਸਤੇ ਪ੍ਰਮਾਤਮਾ ਦਾ ਨਾਮ ਜਪਦਾ, ਤੇ ਕੇਵਲ ਨਾਮ ਜਪਦਾ ਉਹਦੇ ਦਰਸ਼ਨਾਂ ਵਾਸਤੇ। ਮਾਲਕ ਜੀ ਮੈਂ ਤਾਂ ਨਿੱਕਾ ਜਿਹਾ ਬੰਦਾ ਹਾਂ, ਮੈਂ ਨਹੀਂ ਜਾਣਦਾ, ਤੇਰੇ ਬਾਰੇ ਤੇ ਮੈਨੂੰ ਕੋਈ ਸਮਝ ਨਹੀਂ। ਇਸ ਕਰਕੇ ਮੈਂ ਆਪਣੇ ਮਨ ਦੀ ਮੱਤ ਚਲਾਵਾਂ, ਇਹ ਮੈਂ ਨਹੀਂ ਰੋਕ ਸਕਦਾ, ਤੁਸੀਂ ਰੋਕ ਦਿਓ। ਤੇ ਦਰਸ਼ਨ ਕਦੋਂ ਦੇਣੇ ਤੇ ਕਿਤਨਾ ਦੇਣੇ ਉਹ ਤੁਹਾਡੇ ਵਾਲੇ। ਪਰ ਪਿਆਰਿਓ ਸਬਰ ਬੜਾ ਹੈ, ਸਬਰ ਬੜਾ। ਸੰਤੋਖੀ ਬਣ ਕੇ ਰਹਿਣਾ, ਗੁਰੂ ਦੇ ਬਚਨਾਂ ਦਾ ਆਸਰਾ ਨਹੀਂ ਛੱਡਣਾ। ਗੁਰਬਾਣੀ ਜੋ ਤੁਹਾਨੂੰ ਕਹੇ ਕਰਦੇ ਜਾਣਾ। ਗੁਰਬਾਣੀ ਸੁਣ ਨਹੀਂ ਛੱਡ ਦਿਓਗੇ ਤੇ ਇਸ ਮਾਰਗ ਦੇ ਰਸਤੇ ਤੋਂ ਤੁਸੀਂ ਖੁੰਝ ਜਾਓਗੇ। ਗੁਰਬਾਣੀ ਦਾ ਆਸਰਾ ਛੱਡ ਦਿਓਗੇ ਤੇ ਇਹ ਰਸਤਾ ਖੁੰਝ ਜਾਵੇਗਾ। ਇਸ ਕਰਕੇ ਇਸ ਰਸਤੇ ਤੇ ਚੱਲਣਾ, ਭਾਵ ਮੰਗਣਾ ਕੁਝ ਨਹੀਂ। ਆਸਾ ਮਨ ਵਿੱਚ ਨਾ ਹੋਵੇ, ਮਨਸਾ ਮਨ ਵਿੱਚ ਨਾ ਹੋਵੇ, ਚਾਹਤ ਨਾ ਹੋਵੇ। ਤੁਸੀਂ ਆਪ ਦਾ ਕੰਮ ਕਰਦੇ ਜਾਓ, ਆਪ ਦਾ ਕੰਮ ਕਰਦਾ ਜਾਵੇਗਾ। ਦਰਸ਼ਨ ਹੋਣਗੇ ਤੁਹਾਨੂੰ ਜ਼ਰੂਰ, ਤੇ ਉਹ ਆਪਦੀ ਕਿਰਪਾ ਨਾਲ ਦਰਸ਼ਨ ਦੇਵੇਗਾ। ਤੇ ਜਿਸ ਦੀ ਮਨ ਵਿੱਚ ਚਾਹਤ ਹੈ ਪ੍ਰਮਾਤਮਾ ਦੇ ਦਰਸ਼ਨਾਂ ਦੀ, ਤੇ ਸਤਿਗੁਰੂ ਜੀ ਕਹਿੰਦੇ ਮੈਂ ਉਸ ਦੇ ਬਲਿਹਾਰ ਜਾਣਾ ਹਾਂ ਜੀ। ਵਾਹਿਗੁਰੂ ਸਾਹਿਬ ਜੀਓ। 12 ਹੈ ਮਾਝ ਮਹੱਲਾ ਪੰਜਵਾ, ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦਹ ਦਿਸ ਭ੍ਰਮੇ, ਥਕ ਆਈ ਪ੍ਰਭ ਕੀ ਸ਼ਾਮ। ਧੇਨ ਦੁੱਧਾ ਤੇ ਬਾਹਰੀ, ਕਿਤੇ ਨ ਆਵੈ ਕਾਮ। ਜਲ ਬਿਨ ਸਾਖ ਕੁਮਲਾਵਤੀ, ਉਪਜੇ ਹੀ ਨਾਹੀ ਦਾਮ। ਹਰ ਨਾਹ ਨਾ ਮਿਲੀਏ ਸਾਜਨੇ, ਕਤ ਪਾਈਏ ਵਿਸਰਾਮ। ਜਿਤ ਘਰ ਹਰ ਕੰਤਨਾ ਪ੍ਰਗਟਈ, ਭੱਠ ਨਗਰ ਸੇ ਗ੍ਰਾਮ। ਸਰਬ ਸ਼ਿੰਗਾਰ ਤੰਬੋਲ ਰਾਸ, ਸਾਣ ਦੇਹੀ ਸਭ ਖਾਮ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਾਭ ਜਾਮ। ਨਾਨਕ ਕੀ ਬੇਨੰਤੀਆ, ਕਰ ਕਿਰਪਾ ਦੀਜੇ ਨਾਮ। ਹਰ ਮਿਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨਿਹਚਲ ਧਾਮ। ਚੇਤ ਗੋਵਿੰਦ ਆਰਾਧਿਆ, ਹੋਵੇ ਆਨੰਦ ਘਣਾ। ਸੰਤ ਜਨ ਮਿਲ ਪਾਈਐ, ਰਸਨਾ ਨਾਮ ਪਣਾ। ਜਿਨ ਪਾਇਆ ਪ੍ਰਭ ਆਪਣਾ, ਆਏ ਤਿਸ ਹੈ ਗਣਾ। ਇੱਕ ਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਜਲ ਥਾਲ ਮਹੀਲ ਪੂਰਿਆ, ਰਵਿਆ ਵਿੱਚ ਵਣਾ। ਸੋ ਪ੍ਰਭ ਚੇਤਨਾ ਆਵਈ, ਕਿਤੜਾ ਦੁੱਖ ਗਣਾ। ਜਿਨੀ ਰਾਵਿਆ ਸੋ ਪ੍ਰਭੂ, ਤਿਨਾ ਭਾਗ ਮਣਾ।
ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲਗਨ। ਵੈਸਾਖ ਧੀਰਨ ਕਿਉ ਵਾਢਿਆ, ਜਿਨਾ ਪ੍ਰੇਮ ਵਿਸ਼ੋਹ। ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਧੋਹ। ਪੁੱਤਰ ਕਲਤਰ ਨ ਸੰਗ ਧਨ, ਹਾਰਿਆ ਵਿਨਾਸੀਓ। ਪਲਚ ਪਲਚ ਸਗਲੀ ਮੋਈ, ਝੂਠੇ ਧੰਦੇ ਮੋਹ। ਇਕਸ ਹਰ ਕੈ ਨਾਮ ਬੈਨ, ਅੱਗੇ ਲਹਿਆ ਹੈ ਖੋਹੀ। ਦੋਏ ਵਿਸਾਰ ਵਿਗੁਚਣ, ਪ੍ਰਾਪ ਬੈਨ ਅਵਰ ਨ ਕੋਏ। ਪ੍ਰੀਤਮ ਚਰਣੀ ਜੋ ਲੱਗੇ, ਤਿਨ ਕੀ ਨਿਰਮਲ ਸੋਏ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲਹੁ ਪ੍ਰਾਪਤ ਹੋਏ। ਵੈਸਾਖ ਸੁਹਾਵਾ ਤਾਂ ਲੱਗੈ, ਜਾਂ ਸੰਤ ਭੇਟੇ ਹਰ ਸੋਏ। ਹਰ ਜੇਠ ਜੜੰਦਾ ਲੋੜੀਐ, ਜਿਸ ਅੱਗੇ ਸਭ ਨਿਵਨ। ਹਰ ਸੱਜਣ ਦਾਵਣ ਲੱਗਿਆ, ਕਿਸੈ ਨ ਦੇਈ ਬੰਨੇ। ਮਾਣਕ ਮੋਤੀ ਨਾਮ ਪ੍ਰਭ, ਉਨ ਲੱਗੇ ਨਾਹੀ ਸਾਨੇ। ਰੰਗ ਸਭਾ ਨਾਰਾਇਣੇ, ਜੇਤੇ ਮਨ ਭਾਵਨ। ਜੋ ਹਰ ਲੋੜੇ ਸੋ ਕਰੇ, ਸੋਈ ਜੀ ਅਕਰਨ। ਜੋ ਪ੍ਰਭ ਕੀਤੇ ਆਪਣੇ, ਸਈ ਕਹੀਆ ਧਨ। ਆਪਣ ਲਈਆ ਜੇ ਮਿਲੇ, ਵਿਛੜ ਕਿਉ ਰੋਵਨ। ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਾਣਨੇ। ਅਰ ਜੇਠ ਰੰਗੀਲਾ ਤਿਸ ਧਣੀ, ਜਿਸ ਕੇ ਭਾਗ ਮਥਨ। ਅਸਾੜ ਤਪੰਦਾ ਤਿਸ ਲੱਗੈ, ਹਰ ਨਾ ਹੋਵਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਦੋਏ ਭਾਏ ਵਿਗੁਚੀਐ, ਗਾਲ ਪਈਅਸ ਜਮ ਕੀ ਫਾਸ। ਜਿਹਾ ਬੀਜੈ ਸੋ ਲੁਣੈ, ਮਤੇ ਜੋ ਲਿਖਿਆਸ। ਰੈਣ ਵਿਹਾਣੀ ਪਛਤਾਣੀ, ਉਟ ਚੱਲੀ ਗਈ ਨਿਰਾਸ। ਜਿਨ ਕਉ ਸਾਧੂ ਭੇਟੀਐ, ਸੋ ਦਰਗੇ ਹੋਏ ਖਲਾਸ। ਘਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਅਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਸਾਵਣ ਸਰਸੀ ਕਾਮਣੀ, ਚਾਰਨ ਕਮਲ ਸਿਉ ਪਿਆਰ। ਮਨ ਤਨ ਰਤਾ ਸਚ ਰੰਗ, ਇੱਕੋ ਨਾਮ ਆਧਾਰ। ਵਿਖਿਆ ਰੰਗ ਕੁੜਾਵਿਆ, ਦਿਸਣ ਛੱਬੇ ਛਾਰ। ਹਰਿ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਨ ਹਾਰ। ਵਾਣ ਤਰੈਣ ਪ੍ਰਭ ਸੰਗ ਮੌਲਿਆ, ਸਮਰਥ ਪੁਰਖ ਅਪਾਰ। ਹਰ ਮਿਲਣੈ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ। ਜਿਨੀ ਸਖੀਏ ਪ੍ਰਭ ਪਾਇਆ, ਹਉ ਤਿਨ ਕੈ ਸਾਧ ਬਲਿਹਾਰ। ਨਾਨਕ ਹਰ ਜੀ ਮਾਇਆਕਾਰ, ਸਬਦ ਸਵਾਰਨ ਹਾਰ। ਸਾਵਣ ਤਿਨ ਸੁਹਾਗਣੀ, ਜਿਨ ਰਾਮ ਨਾਮ ਉਰਹਾਰ। ਭਾਦੋਏ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ। ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀ ਕੇਤ। ਜਿਤ ਦਿਨ ਦੇਹ ਬਿਲਸਸੀ, ਤਿਤ ਵੇਲੇ ਕਹਿ ਸਨ ਪ੍ਰੇਤ। ਪਕੜ ਚਲਾਇਨ ਦੂਤ ਜਮ, ਕਿਸੇ ਨ ਦੇਨੀ ਭੇਤ। ਛੱਡ ਖੜੋਤੇ ਖਿਨੇ ਮਾਹੇ, ਜਿਨ ਸਿਉ ਲੱਗਾ ਹੇਤ। ਹੱਥ ਮਰੋੜੇ ਤਨ ਕਪੇ, ਸਿਆਹੂ ਹੁਆ ਸੇਤ। ਜਿਹਾ ਬੀਜੈ ਸੋ ਲੁਣੈ, ਕਰਮ ਸੰਦੜਾ ਖੇਤ। ਨਾਨਕ ਪ੍ਰਭ ਸਰਣਾਗਤੀ, ਚਰਨ ਬੋਹਿਤ ਪ੍ਰਭ ਦੇਤ। ਸੇ ਭਾਦੋਏ ਨਰਕ ਨ ਪਾਈਆ ਹੈ, ਗੁਰ ਰੱਖਣ ਵਾਲਾ ਹੇਤ। ਅਸਨ ਪ੍ਰੇਮ ਉਮਾਹੜਾ, ਕਿਉ ਮਿਲਿਏ ਹਰ ਜਾਏ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵਾ ਮਾਏ। ਸੰਤ ਸਹਾਈ ਪ੍ਰੇਮ ਕੀ, ਹਉ ਤਿਨ ਕੇ ਲਾਗਾ ਪਾਏ। ਵੇਣ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ।
ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ। ਆਪ ਤਿਆਗ ਬਿਨਤੀ ਕਰਹਿ ਲੇਹੁ ਪ੍ਰਭੂ ਲੜ ਲਾਏ। ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨ ਜਾਏ। ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਾਰ ਸਰਣਾਏ। ਅਸੂ ਸੁਖੀ ਵਸੰਦੀਆ ਜਿਨਾ ਮਾਇਆ ਹਰ ਰਾਏ। ਕਤਕ ਕਰਮ ਕਮਾਵਣੇ ਦੋਸ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਵੇਮਕ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਵਿੱਚ ਨ ਕੋਈ ਕਰ ਸਕੈ ਕੇਸ ਥੈ ਰੋਮੈ ਰੋਜ। ਕੀਤਾ ਕਿਛੁ ਨ ਹੋਵਈ ਲਿਖਿਆ ਧੁਰ ਸੰਜੋਗ। ਵਡ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੈ ਹੈ ਸਭ ਵਿਯੋਗ। ਨਾਨਕ ਕਹੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੇ ਸਾਧ ਸੰਗ ਬਿਨਸਾ ਹੈ ਸਭੇ ਸੋਚ। ਮਗਰ ਮਾਹੇ ਸੁਹੰਦੀਆਂ ਹਰ ਪੇਰ ਸੰਗ ਬੈਠੜੀਆਂ। ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ। ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆਂ। ਤਿਨ ਦੁੱਖ ਨ ਕਬਹੂ ਉਤਰੇ ਸੇ ਜਮ ਕੈ ਵਸ ਪੜੀਆਂ। ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ। ਰਤਨ ਜਵੇਹਰ ਲਾਲ ਹਾਰ ਕੰਟ ਤਿਨ ਜੜੀਆਂ। ਨਾਨਕ ਬਾਂਛੈ ਧੂੜ ਤੈਨ ਪ੍ਰਭ ਸ਼ਰਣੀ ਦਰ ਪੜੀਆਂ। ਮਗਰੇ ਪ੍ਰਭ ਆਰਾਧਨ ਬਹੁੜਨ ਜਨਮੜੀਆਂ। ਓਖੇ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਮ। ਮਨ ਭੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੁ। ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੂ। ਵਿਖਿਆ ਪੋਹੇ ਨ ਸਕਈ ਮੇਲ ਸਾਧੂ ਗੁਣ ਗਾਹੂ। ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹੂ। ਘਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆਹ। ਬਾਰੇ ਜਾਉ ਲੱਖ ਬੇਰੀਆ ਹਰ ਸੱਜਣ ਅਗਮ ਅਗਾਹ। ਸਰਮ ਪਈ ਨਾਰਾਇਣੇ ਨਾਨਕ ਦਰ ਪਈਆਹ। ਭੋਗ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹੋ। ਮਾਗੇ ਮਜਨ ਸੰਗ ਸਾਧੂਆਂ ਧੂੜੀ ਕਰੇ ਇਸ਼ਨਾਨ। ਹਰ ਕਾ ਨਾਮ ਧਿਆਏ ਸੋਣ ਸਭਨਾਂ ਨੂੰ ਕਰਦਾਨ। ਜਨਮ ਕਰਮ ਮਾਲੇ ਉਤਰੀ ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨ ਮੋਹੀਐ ਬਿਨੁਸੇ ਲੋਭ ਸਵਾਨ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। 860 ਤੀਰਥ ਸਗਲ ਪੁੰਨ ਜੀ ਦਇਆ ਪ੍ਰਮਾਨ। ਜਿਸ ਨੂੰ ਦੇਵੇ ਦਇਆਕਾਰ ਸੋਈ ਪੁਰਖ ਸੁਜਾਨ। ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਮਾਗ ਸੁਚੇ ਸੇ ਕੱਢਿਆ ਹੈ ਜਿਨ ਪੂਰਾ ਗੁਰ ਮਿਹਰਬਾਨ। ਫਲਗਣ ਆਨੰਦ ਅਪਾਰ ਜਨ ਹਰ ਪ੍ਰਗਟ ਹਰ ਸੱਜਣ ਪ੍ਰਗਟੇ ਆਏ। ਫਲਗਣ ਆਨੰਦ ਅਪਾਰ ਜਨ ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀਂ ਜਾਏ। ਇਛ ਪੁਨੀ ਵਡ ਭਾਗਣੀ ਵਾਰ ਪਾਇਆ ਹਰ ਰਾਏ। ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ। ਹਰ ਜਿਹਾ ਅਵਰ ਨ ਦਿਸਈ ਕੋਈ ਦੂਜਾ ਲਵੇ ਨ ਲਾਏ। ਹਲਤ ਪਲਤ ਸਵਾਰਿਓਨ ਨੇਚਲ ਦਿੱਤੀਆਂ ਨ ਜਾਏ। ਸੰਸਾਰ ਸਾਗਰ ਤੇ ਰਖਿਓਨ ਬਹੁੜ ਨ ਜਨਮੇ ਭਾਏ। ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ। ਫਲਗਣ ਨਿਤ ਸਲਾਹੀਐ ਜਿਸ ਨੂੰ ਤੈਣਾ ਤਮਾਏ। ਜੈਨ ਜੈਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਹਰ ਗੁਰ ਪੂਰਾ ਆਰਾਧਿਆ
ਦਰਗਾਹ ਸੱਚ ਖਰੇ। ਸਰਬ ਸੁਖਾ ਨਿਦ ਚਰਨ ਹਾਰ, ਭਵਜਲ ਬਿਖਮ ਤਰੇ। ਪ੍ਰੇਮ ਭਗਤ ਤਿਨ ਪਾਈਆ, ਵਿਖਿਆ ਨਾਹੀਂ ਜਰੇ। ਕੂੜ ਗਏ ਦੁਬਦਾ ਨਸੀ, ਪੂਰਨ ਸੱਚ ਭਰੇ। ਪਾਰ ਬ੍ਰਹਮ ਪ੍ਰਭ ਸੇਮ ਦੇ, ਮਨ ਅੰਦਰ ਏਕ ਧਰੇ। ਮਹਾ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ। ਨਾਨਕ ਮੰਗੇ ਦਰਸਦਾਨ, ਕਿਰਪਾ ਕਰੋ ਹਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਤਕ ਕਰਮ ਕਮਾਵਣੇ, ਦੋਸ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਣ ਸਭੇ ਰੋਗ। ਕਤਕ ਕਰਮ ਕਮਾਵਣੇ, ਦੋਸ਼ ਨ ਕਾਹੂ ਜੋਗ। ਸਤਿਗੁਰੂ ਜੀ ਕਹਿੰਦੇ ਕਿਸੇ ਨੂੰ ਦੋਸ਼ ਨਾ ਦਿਓ। ਜਿਸ ਤਰ੍ਹਾਂ ਦਾ ਸਾਡਾ ਜੀਵਨ ਹੈ, ਚਾਹੇ ਅਸੀਂ ਅਮੀਰ ਹਾਂ ਚਾਹੇ ਅਸੀਂ ਗਰੀਬ ਹਾਂ, ਕਿਸੇ ਵੀ ਜਾਤੀ ਪ੍ਰਜਾਤੀ ਵਿੱਚ ਸਾਡਾ ਜਨਮ ਹੋਇਆ, ਦਿਮਾਗੀ ਤੌਰ 'ਤੇ ਕਿੰਨੇ ਕੁ ਤਿੱਖੇ ਹਾਂ ਅਤੇ ਦਿਮਾਗੀ ਤੌਰ 'ਤੇ ਕਿੰਨੇ ਕੁ ਕਮਜ਼ੋਰ ਹਾਂ, ਸਭ ਕੁਝ ਸਾਡਾ ਬੀਜਿਆ ਹੋਇਆ ਆਪਦਾ ਹੈ। ਕੁਦਰਤ ਕਿਸੇ ਨਾਲ ਵਾਧਾ ਨਹੀਂ ਕਰਦੀ। ਇਸ ਕਰਕੇ ਧਾਰਮਿਕ ਗ੍ਰੰਥਾਂ ਦਾ ਇਸ ਸੰਸਾਰ ਵਿੱਚ ਆਉਣਾ, ਧਾਰਮਿਕ ਰਹਿਬਰਾਂ ਦਾ ਇਸ ਸੰਸਾਰ ਵਿੱਚ ਆਉਣਾ ਅਤੇ ਸਾਨੂੰ ਸਮਝਾਉਣਾ, ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਪਿਆਰਿਓ, ਕਰਮ ਕਰਨ ਲੱਗਿਆਂ ਸੋਚਿਓ ਜੋ ਕੁਝ ਤੁਸੀਂ ਕਰਮ ਕਰਦੇ ਹੋ, ਕਿਸੇ ਗਰੀਬ ਨਾਲ ਧੱਕਾ ਕਰਨਾ, ਪਰਾਇਆ ਹੱਕ ਖਾਣਾ, ਅੰਦਰੋਂ ਹੀ ਅੰਦਰ ਕਿਸੇ ਦੇ ਨਾਲ ਨਫ਼ਰਤ ਕਰਨੀ, ਕਿਸੇ ਨੂੰ ਗਰੀਬ ਕਰਨ ਦੇ ਸੁਪਨੇ ਅੰਦਰ ਅੰਦਰ ਲਈ ਜਾਣੇ, ਉਹ ਤੁਹਾਡੇ ਅੰਦਰ ਸਾਰੇ ਦੇ ਸਾਰੇ ਕਰਮ ਬੀਜੀਦੇ ਜਾ ਰਹੇ ਹਨ। ਫਰੀਦਾ ਬੀਜੇ ਦਾਖ ਬਜੌਰੀਆਂ ਤੇ ਮੰਗੇ ਕਿੱਕਰ ਬੀਜੇ ਜੱਟ। ਮੰਗੇ ਦਾਖ ਬਜੌਰੀਆਂ ਤੇ ਕਿੱਕਰ ਬੀਜੇ ਜੱਟ। ਹੰਡੇ ਉਨ ਕਤਾਏ ਦਾ ਤੇ ਪਹਿੰਦਾ ਲੋੜੇ ਪੱਟ। ਸਾਡਾ ਫਿਰ ਸੁਭਾਅ ਇਹੋ ਜਿਹਾ ਬਣ ਜਾਂਦਾ, ਆ ਕੇ ਗੁਰੂ ਨੂੰ ਕਹੀਦਾ ਸਤਿਗੁਰੂ ਜੀ ਕਰ ਕਿਰਪਾ। ਵੇਖ ਲਓ ਜਿਹੜੇ ਤੁਹਾਡੇ ਨੇੜੇ ਅਮੀਰ ਹਨ, ਉਹਨਾਂ ਦਾ ਕੁਛ ਪੁਰਬਲੇ ਜਨਮਾਂ ਦਾ ਬੀਜਿਆ ਹੋਇਆ, ਕੋਈ ਗਰੀਬ ਹੈ ਉਹ ਬੀਜ ਕੇ ਨਹੀਂ ਆਇਆ। ਇਸ ਕਰਕੇ ਬੜੀ ਇਮਾਨਦਾਰੀ ਨਾਲ ਨਿਰੰਕਾਰ ਨੂੰ ਯਾਦ ਕਰਦੇ ਹੋਇਆਂ ਜਦੋਂ ਵੀ ਕਿਸੇ ਗਰੀਬ ਗੁਰਬੇ ਨੂੰ ਦਿਓਗੇ ਤੁਹਾਡਾ ਲਿਖਿਆ ਜਾਏਗਾ। ਕਿਸੇ ਦਾ ਹੱਕ ਨਹੀਂ ਖਾਣਾ, ਬੜੀ ਇਮਾਨਦਾਰੀ ਨਾਲ ਜੀਵਨ ਬਤੀਤ ਕਰਨਾ। ਤੁਸੀਂ ਧਾਰਮਿਕ ਹੋ, ਮਾਲਕ ਨੂੰ ਯਾਦ ਕਰਦੇ ਰਹੋ, ਉਹਦਾ ਨਾਮ ਜਪਦੇ ਜਾਓ। ਜੇਕਰ ਸਿੱਖ ਧਰਮ ਵਿੱਚ ਅੰਮ੍ਰਿਤ ਨਹੀਂ ਛਕਿਆ ਤੇ ਮੂਲ ਮੰਤਰ ਜਿੰਨਾ ਵੱਧ ਕਰ ਸਕਦੇ। ਜੇਕਰ ਅੰਮ੍ਰਿਤ ਛਕਿਆ ਹੈ ਵਾਹਿਗੁਰੂ ਗੁਰਮੰਤਰ, ਉਦੋਂ ਬਾਅਦ ਜਿੰਨੀ ਤੁਸੀਂ ਗੁਰਬਾਣੀ ਪੜ੍ਹ ਸਕਦੇ ਹੋ ਸਭ ਤੁਹਾਡੀ ਲੇਖੇ ਲੱਗਦੀ ਜਾਵੇਗੀ। ਸੋ ਕੱਤਕ ਦੇ ਮਹੀਨੇ ਨੂੰ ਲੈ ਕੇ ਸਤਿਗੁਰੂ ਜੀ ਕਹਿੰਦੇ ਜੋ ਕੁਝ ਦੁੱਖ ਸੁੱਖ ਹਨ ਇਹ ਸਾਡੇ ਆਪ ਦੇ ਲਾਏ ਹੋਏ ਦਰਖਤ ਹਨ, ਉਹਨਾਂ ਦੇ ਫਲ ਅਸੀਂ ਖਾ ਰਹੇ ਹਾਂ। ਕੱਤਕ ਕਰਮ ਕਮਾਵਣੇ, ਦੋਸ ਨ ਕਾਹੂ ਜੋਗ। ਫਿਰ ਪਰਮੇਸ਼ਰ ਤੇ ਭੁੱਲਿਆ, ਵਿਆਪਣ ਸਭੇ ਰੋਗ। ਇਸ ਸੰਸਾਰ ਵਿੱਚ ਆ ਕੇ ਸਾਨੂੰ ਕੁਦਰਤ ਨੇ ਮਾਈਂਡ ਦਿੱਤਾ, ਦਿਮਾਗ, ਇਹਦਾ ਅਸੀਂ ਸਹੀ ਇਸਤੇਮਾਲ ਨਹੀਂ ਕਰ ਰਹੇ, ਇਹਦੇ ਗੁਲਾਮ ਹੋਏ ਫਿਰਦੇ ਹਾਂ। ਅਸੀਂ ਵਾਹਿਗੁਰੂ ਜੀ ਨੂੰ ਭੁਲਾਈ ਬੈਠੇ, ਇਸ ਦਿਮਾਗ ਵਿੱਚ ਕਦੀ ਲਿਆਂਦਾ ਨਹੀਂ, ਸੁਰਤ ਵਿੱਚ ਲਿਆਂਦਾ ਨਹੀਂ। ਯਕੀਨ ਮੰਨ ਲਓ, ਚਾਹੇ ਜੋ ਮਰਜ਼ੀ ਧਾਰਮਿਕ ਕਰਮ ਕਰ ਲਓ, ਜੇ ਤੁਹਾਡੀ ਯਾਦ ਵਿੱਚ ਵਾਹਿਗੁਰੂ ਜੀ ਨਹੀਂ ਵਸਦੇ, ਜੇਕਰ ਤੁਹਾਡੀ ਯਾਦ ਵਿੱਚ, ਤੁਹਾਡੀ ਬੁੱਧੀ ਵਿੱਚ, ਤੁਹਾਡੀ ਅਕਲ ਵਿੱਚ, ਤੁਹਾਡੇ ਮਾਈਂਡ ਵਿੱਚ, ਤੁਹਾਡੇ ਦਿਮਾਗ ਵਿੱਚ ਕਦੀ ਵਾਹਿਗੁਰੂ ਜੀ ਨਹੀਂ ਆਏ, ਕਦੀ ਉਹਦੇ ਨਾਲ ਵਿਚਾਰਾਂ ਨਹੀਂ ਕੀਤੀਆਂ, ਅੰਮ੍ਰਿਤ ਵੇਲਾ ਸੱਚ ਨਾਉ ਤੇ ਵਡਿਆਈ ਵਿਚਾਰ, ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਜੀ ਦੀ ਵਿਸ਼ਾਲਤਾ ਨੂੰ ਤੁਸੀਂ ਦਿਮਾਗ ਵਿੱਚ ਲੈ ਕੇ ਨਹੀਂ ਆਏ ਕਦੀ, ਫਿਰ ਸਮਝ ਲਓ ਅਜੇ ਪਰਮਾਤਮਾ ਨੂੰ, ਵਾਹਿਗੁਰੂ ਜੀ ਨੂੰ ਵਿਸਾਰੀ ਫਿਰ ਰਹੇ ਹੋ। ਅਤੇ ਸਤਿਗੁਰੂ ਜੀ ਦੇ ਸਾਰੇ ਦੁੱਖ ਕਿੱਥੋਂ ਲੱਗੇ? ਤੁਸੀਂ ਵਾਹਿਗੁਰੂ ਜੀ ਨੂੰ ਵਿਸਾਰੀ ਬੈਠੇ ਹੋ, ਮਨ ਵਿੱਚ ਨਹੀਂ ਲਿਆਉਂਦੇ। ਪਰਮੇਸ਼ਰ ਤੇ ਭੁੱਲੇ ਆ, ਵਿਆਪਣ ਸਭੇ ਰੋਗ। ਸਰੀਰਕ ਰੋਗ ਤੇ ਇਹ ਪਰਮਾਤਮਾ ਦੂਰ ਕਰ ਦਿੰਦਾ, ਗਰੰਟੀ ਹੈ ਪਿਆਰਿਓ, ਗਰੰਟੀ 100%। ਜਿਹੜਾ ਪਰਮਾਤਮਾ ਦਾ ਨਾਮ ਜਪੇਗਾ, ਇੱਕ ਤੁਹਾਡੇ ਕੋਲੇ ਪਾਵਰ ਆਵੇਗੀ, ਤਾਕਤ, ਸ਼ਕਤੀ। ਉਹ ਬਹੁਤੇ ਜ਼ਿਆਦਾ ਕੰਮ ਤਾਂ ਨਹੀਂ ਕਰਾਉਣੇ, ਪਰ ਆਪਦਾ ਸਰੀਰਕ ਰੋਗ ਜਿਹੜਾ ਨਾ ਉਹ ਤੁਸੀਂ 1 ਸਕਿੰਟ ਵਿੱਚ ਹੀ ਦੂਰ ਕਰ ਸਕਦੇ ਹੋ, ਜਿਵੇਂ ਦਾ ਮਰਜ਼ੀ। ਅਤੇ ਪਿਆਰਿਓ ਕਰਾ ਤਾਂ ਕਿਸੇ ਦੇ ਵੀ ਸਕਦੇ, ਪਰ ਇਹਦੇ ਤੋਂ ਉਂਗਲਾਂ 'ਤੇ ਨਹੀਂ ਚਾਉਣਾ। ਤੁਸੀਂ ਵਾਹਿਗੁਰੂ ਵਾਹਿਗੁਰੂ ਜਪੋਗੇ ਅਤੇ ਐਂ ਨਹੀਂ ਤੁਹਾਨੂੰ ਮਿਲਿਆ ਕੁਛ ਨਹੀਂ। ਬੜੀ ਵੱਡੀ ਖੇਡ, ਬੜੀ ਵੱਡੀ ਤਾਕਤ, ਬੜੀ ਵੱਡੀ ਹਸਤੀ, ਬੜੀ ਵੱਡੀ ਸ਼ਕਤੀ ਤੁਹਾਡੇ ਗੁਰ ਕਾ ਸ਼ਬਦ ਰਖਵਾਰੇ। ਚੌਂਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ, ਅਤੇ ਜਮ ਲਜਾਏ ਕਰ ਭਾਗਾ। ਵਸਤਾ ਸਿੱਝੀ ਸਿੱਝੀ ਬਣਦੀ ਜਾਵੇਗੀ, ਪਰ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਅਸੀਂ ਰਾਮ ਤੋਂ, ਵਾਹਿਗੁਰੂ ਜੀ ਤੋਂ ਬੇਮੁਖ ਹੋਏ ਫਿਰਦੇ ਹਾਂ। ਅਸੀਂ ਉਸ ਨੂੰ ਹਿਰਦੇ ਵਿੱਚ ਨਹੀਂ ਵਸਾਇਆ, ਸੋਚ ਵਿੱਚ ਨਹੀਂ ਕਦੀ ਲੈ ਕੇ ਆਂਦਾ, ਉਹਦੇ ਤੋਂ ਬੇਮੁਖ ਹੋਏ ਹਾਂ। ਇਹ ਵਿਛੋੜੇ ਦਾ ਦੁੱਖ ਸਾਨੂੰ ਲੱਗਾ ਹੋਇਆ ਹੈ। ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਕਿੰਨੇ ਕੁ ਭੋਗ ਭੋਗ ਲੋਗੇ? ਜੇ ਲੱਖ ਇਸਤਰੀਆਂ ਭੋਗ ਕਰੇ ਹੈ, ਨਵਖੰਡ ਰਾਜ ਕਮਾਵੇ ਹੈ, ਸਤਿਗੁਰੂ ਜੀ ਕਹਿੰਦੇ ਐਦੋਂ ਵੱਧ ਕੀ ਕਰ ਲੇਗਾ?
ਐਦੋਂ ਵੱਧ ਕੀ ਕਰ ਲੇਗਾ ਤੇ ਕਿੰਨੇ ਕੁ ਦਿਨ ਉਮਰ ਵੀ ਵਧਾ ਲੇਗਾ, 4 ਜੁਗਾਂ ਜਿੰਨੀ ਕਰ ਲਾ, 40 ਤੋਂ ਵੀ 10 ਵਧਾ ਲਾ, ਤੇ ਕੀ ਕਰੇਗਾ ਫਿਰ? ਆਖਰ ਤੇ ਜਾਣਾ ਪਵੇਗਾ। ਮਾਰਕੰਡੇ ਤੇ ਆਪਾਂ ਜਾਣਦੇ ਮਾਰਕੰਡੇ ਦੀ ਉਮਰ ਬਹੁਤ ਜ਼ਿਆਦਾ ਸੀ, ਅਤੇ ਮਾਰਕੰਡੇ ਨੇ ਇੱਕ ਤਾਕਤ ਹਾਸਲ ਕੀਤੀ ਹੋਈ ਸੀ। ਜੇ ਕੋਈ ਉਹਨੂੰ ਮਾਰਨ ਵਾਸਤੇ ਮੌਤ ਹਨੇਰੀ ਬਣ ਕੇ ਆਉਂਦੀ, ਹਨੇਰੀ ਬਣ ਜਾਂਦਾ, ਅੱਗ ਬਣ ਕੇ ਆਉਂਦੀ, ਉਹ ਵੀ ਅੱਗ ਬਣ ਜਾਂਦਾ, ਮਰ ਨਹੀਂ ਸੀ ਰਿਹਾ। ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਇੱਕ ਖੇਡ ਵਰਤੀ, ਧਰਮਰਾਜ ਨੂੰ ਹੁਕਮ ਹੋ ਗਿਆ। ਗੁਰਬਾਣੀ ਵਿੱਚ ਲਿਖਿਆ ਵੀ 3 ਬੰਦੇ ਆਏ, ਤਿੰਨਾਂ ਬੰਦਿਆਂ ਨੇ ਉਸ ਨੂੰ ਫੜ ਲਿਆ ਅਤੇ ਫੜ ਕੇ ਕੁੱਟ ਤੇ ਮਾਰਦੇ ਔਖੇ ਲੈ ਕੇ ਗਏ। ਕਿੰਨਾ ਕੁ ਚਿਹਰਾ, ਆਖਰ ਤੇ ਜਾਣਾ ਪਵੇਗਾ। ਸੋ ਸਤਿਗੁਰੂ ਜੀ ਕਹਿੰਦੇ ਜਿਹੜੇ ਭੋਗ ਤੁਸੀਂ ਭੋਗ ਰਹੇ ਹੋ, ਇਹ ਤੇ ਪਿਆਰੋ ਇੱਕ ਖਿਣ ਵਿੱਚ ਹੀ ਕੌੜੇ ਹੋ ਜਾਣੇ ਜਦੋਂ ਲੈਣ ਆ ਗਿਆ। ਖਿਣ ਮੈਂ ਕੌੜੇ ਹੋਏਗਾ, ਜਿਤੜੇ ਮਾਇਆ ਭੋਗ ਵਿੱਚ ਨ ਕੋਈ ਕਰ ਸਕੇ, ਕਿਸ ਥੈ ਰੋਵਹਿ ਰੋਜ਼, ਵਿੱਚ ਆ ਕੇ ਪੈ ਨਹੀਂ ਸਕਦਾ ਕੋਈ। ਬਾਬਾ ਜੀ ਰੁਪਈਏ ਇਕੱਠੇ ਕੀਤੇ ਤੇ ਆਹ ਲੈ ਲਓ ਤੇ ਇਹਨੂੰ ਛੱਡ ਜਾਓ, ਕੋਈ ਨਹੀਂ ਵਿੱਚ ਆ ਸਕਦਾ ਜਿੱਦਣੋਂ ਆ ਗਏ। ਜਿਸ ਦਿਨ ਜਮਦੂਤ ਆ ਗਏ ਤੇ ਸਾਨੂੰ ਵੀ ਪਤਾ ਵਿੱਚ ਕੋਈ ਨਹੀਂ ਪਾ ਸਕਦਾ, ਬਹਾਨਾ ਹੀ ਬਣਨਾ ਬਸ ਇੱਕ। ਅਸੀਂ ਵੇਖਦੇ ਰਹਿ ਜਾਵਾਂਗੇ ਐਵੇਂ ਕਿਉਂ ਕੀਤਾ, ਇਸ ਤਰ੍ਹਾਂ ਕਿਉਂ ਨਿਕਲਿਆ। ਆ ਥੋੜ੍ਹੇ ਕੁ ਦਿਨਾਂ ਦੀ ਗੱਲ, ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰੋਗਰਾਮ ਸਨ, ਬਿਜਲੀ ਵਾਲੇ ਬਿਜਲੀ ਲਾ ਗਏ ਅਤੇ ਪਿੰਡ ਵਾਲੇ ਇੱਕ ਨੌਜਵਾਨ ਮੁੰਡਾ ਕਹਿਣ ਲੱਗਾ ਚੱਲ ਆਪਾਂ ਲਾ ਦਿੰਦੇ, ਬਹਾਨਾ ਬਣਿਆ, 1 ਸਕਿੰਟ ਹੀ ਲੱਗਾ ਬਸ ਉੱਥੇ ਹੀ ਤੁਰ ਗਿਆ। ਬੀਬੀਆਂ ਮਗਰੋਂ ਵਿਚਾਰ ਕਰਦੀਆਂ ਜੇ ਐਂ ਹੋ ਜਾਂਦਾ, ਜੇ ਐਂ ਹੋ ਜਾਂਦਾ। ਪਿਆਰਿਓ ਕਾਲ ਨੂੰ ਕੋਈ ਨਹੀਂ, ਜੇ ਉਹ ਸਮਾਂ ਹੁੰਦਾ ਇੱਕ ਕਾਰਨ ਹੁੰਦਾ ਅਤੇ ਇੱਕ ਜਗ੍ਹਾ ਹੁੰਦੀ, 3 ਚੀਜ਼ਾਂ ਜਦੋਂ ਹੀ ਇਕੱਠੀਆਂ ਹੋ ਗਈਆਂ ਸਾਡੇ ਸਭ ਪਲਾਨ ਧਰੇ ਦੇ ਧਰਾਏ ਰਹਿ ਜਾਂਦੇ, ਵਿੱਚ ਨਹੀਂ ਕੋਈ ਪੈ ਸਕਦਾ। ਜਿਸ ਦਿਨ ਉਹ ਲੈਣ ਆ ਗਿਆ, ਉਹਨੇ ਕਾਲ, ਉਹਨੇ ਬਹਾਨਾ ਬਣਾਉਣਾ। ਸਾਡੇ ਸਾਹਮਣੇ ਕਾਲ ਸਮਾਂ ਸਮਾਪਤ ਹੋ ਗਿਆ ਸਾਡਾ, ਉਹ ਸਿਰ ਉੱਤੇ ਕੂਕ ਰਿਹਾ ਹੈ, ਉਸਨੇ ਬਹਾਨਾ ਬਣਾ ਕੇ ਲੈ ਜਾਣਾ, ਵਿੱਚ ਕੋਈ ਨਹੀਂ ਪੈ ਸਕੇਗਾ। ਸੋ ਸਤਿਗੁਰੂ ਜੀ ਕਹਿੰਦੇ ਵਿੱਚ ਨਾ ਕੋਈ ਕਰ ਸਕੇ, ਕਿਸ ਥੈ ਰੋਵਹਿ ਰੋਜ਼, ਕੀਤਾ ਕਛੂ ਨਾ ਹੋਵੇ ਲਿਖਿਆ ਧੁਰ ਸੰਜੋਗ, ਕੀਤਾ ਕਛੂ ਨਾ ਹੋਵੇ ਲਿਖਿਆ ਧੁਰ ਸੰਜੋਗ। ਇਹ ਜੋ ਸੰਜੋਗ ਤੁਹਾਡਾ ਲਿਖਿਆ ਨਾ, ਤੁਹਾਡੇ ਪੁੱਤਰ, ਤੁਹਾਡੇ ਧੀਆਂ, ਤੁਹਾਡਾ ਜੋ ਵੀ ਆ ਸੰਸਾਰ ਵਿੱਚ ਕੁਟੰਬ ਹੈ, ਇਹ ਤੇ ਧੁਰੋਂ ਹੀ ਲਿਖਿਆ ਹੈ। ਇਸ ਕਰਕੇ ਜੋ ਕੁਝ ਵੀ ਸਾਡੇ ਕਰਮਾਂ ਵਿੱਚ ਲਿਖਿਆ ਹੈ ਉਹ ਸਾਨੂੰ ਪ੍ਰਾਪਤ ਹੋ ਗਿਆ। ਸਾਡੇ ਜਦੋਂ ਸਾਡਾ ਜਨਮ ਹੋਇਆ ਨਾਲ ਦੀ ਨਾਲ ਹੀ ਉਸੇ ਵਕਤ ਹੀ ਸਾਨੂੰ ਉਹ ਪਰਮਾਤਮਾ ਸਾਰਾ ਦਾ ਸਾਰਾ ਜੋ ਵੀ ਸਾਡਾ ਜੀਵਨ ਹੈ ਇੱਕ ਚਿੱਠਾ ਨਾਲ ਦਿੰਦਾ। ਇਸੇ ਚੀਜ਼ ਨੂੰ ਹੀ ਲੋਕ ਵੇਖ ਕੇ, ਕੋਈ ਹੱਥ ਨੂੰ ਵੇਖ ਲੈਂਦਾ, ਕੋਈ ਮੱਥੇ ਨੂੰ ਵੇਖ ਲੈਂਦਾ, ਅਤੇ ਸਾਡੇ ਕਰਮ ਦੱਸ ਦਿੰਦਾ ਤੇਰੇ ਕਰਮ ਕਿਸ ਤਰ੍ਹਾਂ ਦੇ ਹੋਣਗੇ। ਅਤੇ ਸਤਿਗੁਰੂ ਜੀ ਕਹਿੰਦੇ ਵਡਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੈ ਹੈ ਸਭ ਵਿਯੋਗ, ਤਾਂ ਉਤਰੈ ਹੈ ਸਭ ਵਿਯੋਗ। ਇਹ ਜਿਹੜਾ ਸਾਡਾ ਰੋਣਾ ਨਾ, ਇਹ ਸਭ ਖਤਮ ਹੋ ਜਾਵੇਗਾ। ਕਦੋਂ? ਜਦੋਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਸਾਡਾ ਮੇਲ ਹੋ ਗਿਆ। ਅਤੇ ਪਰਮਾਤਮਾ ਵਾਹਿਗੁਰੂ ਜੀ ਨਾਲ ਮੇਲ ਹੋਵੇਗਾ ਤਾਂ ਜੇਕਰ ਸਾਡੀ ਸੁਰਤ, ਸਾਡੀ ਬੁੱਧੀ, ਸਾਡੀ ਅਕਲ, ਸਾਡੀ ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਗੁਰੂ ਦੀ ਸਿੱਖਿਆ ਸੁਣ ਲਓਗੇ ਤਾਂ ਪਰਮਾਤਮਾ ਨਾਲ ਸੰਬੰਧ ਬਣਾਉਣਾ ਸ਼ੁਰੂ ਕਰ ਦਿਓਗੇ, ਉਹਦੇ ਨਾਲ ਰਿਲੇਸ਼ਨ ਬਣਾਉਣਾ ਸ਼ੁਰੂ ਕਰ ਦਿਓ। ਯਕੀਨ ਮੰਨ ਲਓ ਤੁਹਾਡਾ ਪਰਮਾਤਮਾ ਨਾਲ ਰਿਲੇਸ਼ਨ ਹੈ, ਤੁਹਾਡੀ ਸਾਂਝ ਹੈ। ਜੇ ਪਰਮਾਤਮਾ ਨਾਲ ਤੁਸੀਂ ਗੱਲਬਾਤ ਨਹੀਂ ਕਰਦੇ, ਵਿਚਾਰ ਨਹੀਂ ਕਰਦੇ, ਉਹਦੀ ਵਿਸ਼ਾਲਤਾ ਨੂੰ ਨਹੀਂ ਵੇਖਦੇ, ਮਾਈਂਡ ਹੀ ਮਾਈਂਡ, ਦਿਮਾਗ ਹੀ ਦਿਮਾਗ ਵਿੱਚ, ਤੇ ਧਾਰਮਿਕ ਕਰਮ ਚਾਹੇ ਜੋ ਮਰਜ਼ੀ ਕਰੀ ਚਲੋ, ਤੁਹਾਡੇ ਪਰਮਾਤਮਾ ਨਾਲ ਸੰਬੰਧ ਨਹੀਂ ਜੁੜੇ ਹੋਏ, ਅਤੇ ਉਹਦੇ ਤੋਂ ਬਿਨਾਂ ਤੁਸੀਂ ਜੋ ਕੁਝ ਵੀ ਕਰ ਰਹੇ ਹੋ। ਅਤੇ ਗੁਰਬਾਣੀ ਦੇ ਵਿੱਚ ਉਹਨੂੰ ਲਿਖਿਆ ਕਰਮ ਧਰਮ ਪਖੰਡ ਜੋ ਦੀਸਾ ਹੈ ਤੈਨ ਜਮ ਜਗਾਤੀ ਲੁੱਟੇ। ਇਹ ਸਾਰੇ ਕਰਮ ਤੂੰ ਕਿਸੇ ਮਕਸਦ ਵਾਸਤੇ ਕਰ ਰਿਹਾ ਹੋਵੇਗਾ, ਤੇਰੀ ਕੋਈ ਲੋੜ ਹੋਵੇਗੀ, ਉਸ ਲੋੜ ਵਾਸਤੇ ਕਰ ਰਿਹਾ ਹੈ। ਤੇਰਾ ਪਰਮਾਤਮਾ ਦੇ ਨਾਲ ਅਜੇ ਰਿਲੇਸ਼ਨ ਨਹੀਂ ਜੁੜਿਆ, ਸਾਂਝ ਨਹੀਂ ਬਣੀ, ਸੰਬੰਧ ਨਹੀਂ ਬਣੇ। ਤਾਂ ਸਤਿਗੁਰੂ ਜੀ ਕਹਿੰਦੇ ਉਹਦੇ ਨਾਲ ਸੰਬੰਧ ਬਣਾਓ, ਪਰਮਾਤਮਾ ਨਾਲ। ਜਿੰਨਾ ਚਿਰ ਸਾਡੇ ਉਹਦੇ ਨਾਲ ਸੰਬੰਧ ਨਹੀਂ ਬਣਦੇ ਉਹਨਾਂ ਚਿਰ ਇਹ ਜਿਹੜਾ ਵਿਯੋਗ ਹੈ ਉਤਰ ਨਹੀਂ ਸਕਦਾ। ਨਾਨਕ ਕੋ ਪ੍ਰਭ ਰਾਖ ਲੇ ਹੀ ਮੇਰੀ ਸਾਹਿਬ ਬੰਦੀ ਮੋਚ। ਅਰਦਾਸ ਬੇਨਤੀ, ਮੇਰੇ ਮਾਲਕ ਜੀ, ਮੇਰੇ ਵਾਹਿਗੁਰੂ ਜੀ ਰੱਖ ਲੈ, ਮੇਰੇ ਮਾਲਕ ਜੀ, ਮੇਰੇ ਵਾਹਿਗੁਰੂ ਜੀ ਰੱਖ ਲੈ, ਕਿਉਂਕਿ ਉਹਦੇ ਤੋਂ ਬਿਨਾਂ ਪਿਆਰੇ ਕੋਈ ਨਹੀਂ, ਸਾਡਾ ਜ਼ੋਰ ਨਹੀਂ ਚੱਲਣਾ। ਨਾਨਕ ਕੋ ਪ੍ਰਭ ਰਾਖ ਲੇ ਹੈ ਮੇਰੇ ਸਾਹਿਬ ਬੰਦੀ ਮੋਚ। ਮੇਰੇ ਮਾਲਕ ਵਾਹਿਗੁਰੂ ਜੀ ਬੰਧਨ ਤੋਂ ਛੁਟਕਾਰਾ ਦੇਣ ਵਾਲੇ ਰੱਖ ਲੈ। ਮੈਂ ਇਸ ਮਨ ਉੱਤੇ ਕੋਈ ਜ਼ੋਰ ਨਹੀਂ ਚਲਾ ਸਕਦਾ, ਤੇਰਾ ਜ਼ੋਰ ਚੱਲ ਸਕਦਾ। ਫਿਰ ਕਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਚ, ਬਿਨਸੇ ਸਭੇ ਸੋਚ। ਹਾਂਜੀ ਕਿ ਲੱਗੇ ਜੀ ਸਮਝ? ਬੜੀ ਗੁਰਬਾਣੀ ਉੱਤਮ ਹੈ, ਬੜੀ ਗੁਰਬਾਣੀ ਦੂਰ ਦੀਆਂ ਖੋਜਾਂ ਕਰਕੇ ਲਿਆਉਂਦੀ, ਬੜੀ ਦੂਰ ਦੀਆਂ।
ਜੋ ਪਿਆਰੇ ਸਾਡੇ ਮਾਈਂਡ ਵਿੱਚ ਚੱਲਦਾ, ਜੋ ਸਾਡੀ ਸੋਚ ਵਿੱਚ ਚੱਲਦਾ, ਅਸੀਂ ਉਹੋ ਜਿਹੇ ਇਨਸਾਨ ਹਾਂ। ਆਪੇ ਆਪਣਾ ਫੈਸਲਾ ਕਰ ਲਿਓ। ਤੁਸੀਂ ਧਾਰਮਿਕ ਹੋ, ਚਾਹੇ ਸੰਸਾਰੀ ਹੋ, ਚਾਹੇ ਸੰਸਾਰੀ ਮੰਗਤੇ ਹੋ, ਤੇ ਚਾਹੇ ਤੁਸੀਂ ਰੂਹਾਨੀਅਤ ਮੰਗਤੇ ਹੋ। ਆਪੇ ਅੰਦਾਜ਼ਾ ਲਾ ਲਿਓ ਤੁਹਾਡੀ ਸੋਚ ਵਿੱਚ ਕੀ ਚੱਲੀ ਜਾਂਦਾ। ਕੁਛ ਮੰਗਦੇ ਤਾਂ ਨਹੀਂ, ਰੱਬ ਨਾਲ ਕੋਈ ਸ਼ਿਕਵਾ ਸ਼ਿਕਾਇਤ ਨਹੀਂ, ਰੱਬ ਨਾਲ ਕੋਈ ਲੜਾਈ ਤਾਂ ਨਹੀਂ ਚੱਲਦੀ। ਉੱਤੋਂ ਧਾਰਮਿਕ ਅਖਵਾਉਂਦੇ ਹੋ ਤੇ ਰੱਬ ਨਾਲ ਲੜਾਈ ਚੱਲਦੀ ਹੋਵੇ। ਸਤਿਗੁਰੂ ਜੀ ਕਹਿੰਦੇ ਜਿਹੜੀ ਸੋਚ ਤੁਹਾਡੀ ਤੁਹਾਨੂੰ ਖਰਾਬ ਕਰਦੀ ਨਾ, ਰੱਬ ਨੇ ਕੀ ਕਰਨਾ ਜਦੋਂ ਮਿਲਾਪ ਹੋ ਗਿਆ? ਨਿਸ਼ਾਨੀ ਕੀ ਹੈ? ਇਹ ਤੁਹਾਡੀ ਜਿਹੜੀ ਸੋਚ ਉਡਾਰੀਆਂ ਮਾਰਦੀ, ਕਦੀ ਕਿਸੇ ਨੂੰ ਭੱਜ ਜਾਂਦੀ, ਕਦੀ ਕਿਸੇ ਨੂੰ ਭੱਜ ਜਾਂਦੀ, ਟਿਕ ਜਾਵੇਗੀ, ਸ਼ਾਂਤੀ ਆ ਜਾਵੇਗੀ, ਸਹਿਜ ਆ ਜਾਵੇਗਾ, ਟਿਕਾਓ ਆ ਜਾਵੇਗਾ, ਧੀਰਜ ਆ ਜਾਵੇਗਾ। ਸੋ ਗੁਰਬਾਣੀ ਦਾ ਫੈਸਲਾ ਕੀ ਹੈ ਪਿਆਰਿਓ? ਜਦੋਂ ਸਾਨੂੰ ਪਰਮਾਤਮਾ ਮਿਲ ਗਿਆ, ਕੱਤਕ ਮਹੀਨੇ ਨੂੰ ਲੈ ਕੇ ਸਤਿਗੁਰੂ ਜੀ ਕਹਿੰਦੇ ਕੱਤਕ ਹੋਵੈ ਸਾਧ ਸੰਗ, ਕੱਤਕ ਹੋਵੈ ਸਾਧ ਸੰਗ, ਬਿਨਸੇ ਸਭੇ ਸੋਚ। ਕੱਤਕ ਦਾ ਮਹੀਨਾ ਹੈ ਸਾਧ ਗੁਰਬਾਣੀ। ਜਿਹੜਾ ਵੀ ਸਾਧੂ ਤੁਹਾਨੂੰ ਸਾਧ ਸਕਦਾ, ਤੁਹਾਡਾ ਮਨ ਜੇ ਸਾਧ ਤੇ ਆ ਗਿਆ ਤੇ ਲੱਗੇ ਵੀ